Okay, that's Sundar ji, Sat Sri Akal ji. Sat Sri Akal, Kamal ji. How are you? Sorry for the late. No, you're not late. It's only 9 o'clock. Yeah. So, notice करोगे कि ਜਿਹੜੀ ਸੁਖਮਨੀ ਸਾਹਿਬ ਦੀਆਂ ਜਿਹੜੀਆਂ ਇਸ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਜਿਹੜੀਆਂ ਪਹਿਲੀ ਚਾਰ ਜਿਹੜੇ ਪਦੇ ਆਏ ਹਨ, ਉਹਨਾਂ ਚਾਰ ਪਦਿਆਂ ਦੇ ਉੱਤੇ ਜਿਹੜਾ ਫੋਕਸ ਜਿਹੜਾ ਰਿਹਾ ਹੈ ਉਹਨਾਂ ਦੇ ਸੁਭਾਵ ਦੇ ਉੱਤੇ ਰਿਹਾ ਹੈ ਫੋਕਸ, ਨਿਰਮਲ ਹਨ, ਕਿ ਕਿਸ ਤਰ੍ਹਾਂ ਦਾ ਸੁਭਾਵ ਹੈ, ਨਿਰਲੇਪ ਹੈ, ਨਿਰਦੋਖ ਹਨ, ਧੀਰਜ ਵਾਲਾ ਐਂਡ ਐਵਰੀਥਿੰਗ। ਤੇ ਹੁਣ ਨੰਬਰ 5 ਤੋਂ ਬਾਅਦ ਫੋਕਸ ਜਿਹੜਾ ਵੈ ਸਲਾਈਟਲੀ ਬਦਲ ਕੇ ਹੁਣ ਫੋਕਸ ਜਿਹੜਾ ਵੈ ਪ੍ਰਮਾਤਮਾ ਦੇ ਪਹਿਲੇ ਉਹ ਸੁਭਾਵ ਡਿਸਕ੍ਰਾਈਬ ਕਰਕੇ ਤੇ ਹੁਣ ਉਹਨਾਂ ਦੀਆਂ ਜਿਹੜੀਆਂ ਸਪਿਰਿਚੁਅਲ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜਿਹੜੀਆਂ ਲਾਈਫ ਵਿੱਚ ਉਹਨਾਂ ਦੇ ਹੁੰਦੀਆਂ ਹਨ ਜਾਂ ਹੋ ਗਈਆਂ ਹਨ, ਫੋਕਸ ਜਿਹੜਾ ਬਦਲ ਕੇ ਉੱਥੇ ਚਲਾ ਜਾਏਗਾ। ਬਟ ਇੰਟਰਪਟ ਮੀ ਦੋ if you still if somebody joined late though and still has questions on the on what we talked about the last time though, nahi te I'm going to continue what I'm going to say though। dekhoge ki hun focus jehda hai ki ਹੁਣ ਫॉर एग्जांपल ਜਿਹੜਾ ਨੰਬਰ 5 ਜਿਹੜਾ ਪਦਾ ਜਿਹੜਾ ਹੈ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਦਾ, ਉਸ 5 ਦਾ ਜਿਹੜਾ ਸਾਰਾ ਫੋਕਸ ਜਿਹੜਾ ਹੈ ਪ੍ਰਮਾਤਮਾ ਦੇ ਪਿਆਰ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਉਜਾਗਰ ਹੁੰਦਾ ਹੈ ਔਰ ਕਿਸ ਤਰ੍ਹਾਂ ਬਾਹਰ ਨਿਕਲਦਾ ਹੈ ਔਰ ਕਿਸ ਤਰ੍ਹਾਂ ਇਕਸਰ ਰਹਿੰਦਾ ਹੈ। ਇੱਕ ਗੱਲ ਮੈਂ ਲੈਟ ਮੀ ਜਸਟ ਮੇਕ ਵੈਰੀ ਕਲੀਅਰ ਦੋ ਹੇਅਰ ਦੋ ਕਿ ਇੰਨੇ ਸਾਲ ਪੜ੍ਹਾਉਣ ਤੋਂ ਬਾਅਦ ਬੀਇੰਗ ਇਨਵੋਲਵਡ ਇਨ ਆਲ ਦਿਸ ਸਟਫ, ਸਭ ਤੋਂ ਜਿਹਨੂੰ ਮੈਨੂੰ ਮੁਸ਼ਕਿਲ ਚੀਜ਼ ਜਿਹੜੀ ਨਜ਼ਰ ਆਉਂਦੀ ਹੈ ਨਾ ਇਸ ਰਸਤੇ ਵਿੱਚ, ਉਹ ਹੈ ਕੰਟੀਨਿਊਟੀ ਦਾ ਕਨਸੈਪਟ। ਉਹ ਸਭ ਤੋਂ ਮੁਸ਼ਕਿਲ ਹੈ। And Kamal also nodded his head right now because we all know that lot of people, even during this pandemic, I don't know how many names I got to add people. We add mera na add karo ji, flana add karo ji, add te karte sare de na, lekin कोई 2 हफ्ते आया, कोई 4 हफ्ते आया, कोई 5 हफ्ते, किसी 6 हफ्ते, 7 हफ्ते, 8 हफ्ते, कोई 2 महीने, 1 महीना, फिर मन उब जांदा ओदा, फिर वो किधरे he goes run somewhere else, फिर वो घट हो जांदी ओदी frequency। ਸਭ ਤੋਂ ਔਖਾ ਕੰਮ ਹੈ ਜਿਹੜੇ ਕਿ ਆਪਣੇ ਆਪ ਨੂੰ ਇੱਕ ਕੰਟੀਨਿਊਟੀ ਰੱਖਣੀ ਇਸ ਮਾਰਗ ਦੇ ਉੱਤੇ, ਕਿ ਮੈਂ ਛੋੜਨਾ ਨਹੀਂ ਹੈ ਇਹਨੂੰ, ਇੱਕ ਰੱਖਣਾ ਹੈ ਇਹਦੇ ਉੱਤੇ। And the reason I feel ਕਿ ਇਹ ਹੁੰਦਾ ਹੈ because ਜਿਹੜੀਆਂ ਦੁਨਿਆਵੀ ਚੀਜ਼ਾਂ ਅਸੀਂ ਕੰਟੀਨਿਊ ਕਰਦੇ ਹਾਂ ਉਹਦੇ ਪਿੱਛੇ ਕੁਝ ਨਾ ਕੁਝ ਇੱਕ ਪਰਸਨਲ ਕੁਝ ਹੁੰਦਾ ਹੈ ਰੀਜ਼ਨ ਕੰਟੀਨਿਊ ਕਰਨ ਦਾ। ਫॉर एग्जांपल we go to work because we get paid, ਜਾਂ ਕਿਧਰੇ ਕੋਈ ਹੋਰ ਗੱਲ ਹੋਵੇ, ਕੋਈ ਕੁਝ ਰੀਜ਼ਨ ਹੁੰਦਾ ਉਹਦੇ ਪਿੱਛੇ ਕੁਝ ਮਿਲੇਗੀ। ਇਹ ਹੁਣ ਲੌਂਗ ਟਰਮ ਹੈ, ਇਹਦੇ ਬੈਨੀਫਿਟਸ ਜਿਹੜੇ ਹਨ ਇਸ ਚੀਜ਼ ਦੇ। ਸ਼ਾਰਟ ਟਰਮ ਬੈਨੀਫਿਟਸ ਵੀ ਹਨ ਪਰ ਲੌਂਗ ਟਰਮ ਬੈਨੀਫਿਟ ਜ਼ਿਆਦਾ ਹਨ। ਸੋ ਕਈ ਵਾਰੀ ਬੰਦਾ ਟਰਾਈ ਕਰਦਾ ਹੈ ਲੇਕਿਨ ਨਹੀਂ ਕਰ ਪਾਉਂਦਾ, ਕੰਟੀਨਿਊਟੀ ਨਹੀਂ ਰੱਖ ਪਾਉਂਦਾ। ਕੀਰਤਨ ਸਿੱਖਣ ਵਿੱਚ ਵੀ ਅੱਜ ਤੋਂ 4-5 ਮਹੀਨੇ ਪਹਿਲੇ ਜਿਹੜਾ ਅਸੀਂ ਉਪਰਾਲਾ ਕੀਤਾ ਬੜੇ ਲੋਕਾਂ ਨੇ and everything, yesterday I was talking to a lot of people, I would say 30% of who started have not dropped out but they are not interested। मैंने 2 हफ्ते क्लास नहीं की थी, 3 हफ्ते क्लास नहीं की थी, फिर एक बारी कर लेती, फिर 3 हफ्ते गायब, फिर 2 बारी कर लेती, so a both common hai। I'm totally used to it, this thing। I'm even when the gurdwara, when the classes start in September October with the falls classes shuru hondiyan, the starting size of the class is like 80 people 90 people, and then suddenly after 4-5 weeks to baad it comes down to 50-60, something like that। a both common hai this phenomena। I'm used to it। ਸੋ ਇਸ ਰਸਤੇ ਤੇ ਸਭ ਤੋਂ ਔਖਾ ਕੰਮ ਹੈ ਕਿ ਆਪਣੇ ਆਪ ਨੂੰ ਕੰਟੀਨਿਊਅਸਲੀ ਫੋਕਸ ਰੱਖਣਾ ਇਹਦੇ ਉੱਤੇ। ਹਾਊਐਵਰ ਬ੍ਰਹਮ ਗਿਆਨੀਆਂ ਵਾਸਤੇ ਇਹ ਕੰਮ ਜਿਹੜਾ ਵੇ ਉਹ ਸਹਿਜ ਅਵਸਥਾ ਵਿੱਚ ਹੈ। ਉਹਨਾਂ ਦਾ ਧਿਆਨ, ਉਹਨਾਂ ਦਾ ਧੀਰਜ ਔਰ ਧਿਆਨ ਦਾ ਕਨਸੈਪਟ, I cannot underestimate how important ਧਿਆਨ is। So ਧਿਆਨ is an issue which deals with your level, your ability to concentrate for a longer period of time, ability to focus for a longer period of time, ਜਿਹੜੀ ਇਤਨੀ ਈਜ਼ੀਲੀ ਆਂਦੀ ਨਹੀਂ ਹੈ। ਸਪੈਸ਼ਲੀ ਅੱਜ ਕੱਲ ਦੇ ਜ਼ਮਾਨੇ ਵਿੱਚ ਜਦੋਂ 10 ਮਿੰਟ ਤੋਂ 5 ਮਿੰਟ ਦੀਆਂ ਵੀਡੀਓਜ਼ ਲੋਕ ਦੇਖਦੇ ਹਨ, 3 ਮਿੰਟ ਦੀਆਂ, 4 ਮਿੰਟ ਦੀਆਂ, 5 ਮਿੰਟ ਦੀਆਂ ਦੇਖ ਕੇ ਕਹਿੰਦੇ ਫਟੋਫਟ ਕੋਈ ਇਨਸਟੈਂਟ ਗ੍ਰੈਟੀਫਿਕੇਸ਼ਨ ਮਿਲੇ ਤੇ ਅੱਗੇ ਚਲੇ ਜਾਈਏ। ਸੋ ਲੌਂਗ ਟਰਮ ਧਿਆਨ ਵਾਸਤੇ
ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਗੁਰੂ ਮੰਤਰ ਦਾ ਜਾਪ ਜਾਂ ਕਿਸੇ ਵੀ ਸ਼ਬਦ ਦਾ ਜਾਪ ਕਰਨਾ, ਇਹ ਕ੍ਰਿਟੀਕਲ ਹਨ ਬਹੁਤ, ਬਿਕੋਜ਼ ਇਹ ਹੈਲਪ ਕਰਦਾ ਹੈ ਤੁਹਾਨੂੰ ਲੌਂਗ ਟਰਮ ਤੁਹਾਡੀ ਕਨਸੈਂਟ੍ਰੇਸ਼ਨ ਵਧਾਉਣ ਵਿੱਚ। ਸੋ ਪਹਿਲੀ ਲਾਈਨ ਤੁਸੀਂ ਦੇਖੋਗੇ ਕਿ ਬ੍ਰਹਮ ਗਿਆਨੀ ਕੇ ਏਕੈ ਰੰਗ, ਬ੍ਰਹਮ ਗਿਆਨੀ ਕੇ ਬਸੈ ਪ੍ਰਭ ਸੰਗ। ਹੁਣ ਇਹ ਤਾਂ ਹੋ ਸਕਦਾ ਹੈ ਜਦੋਂ ਲੌਂਗ ਟਰਮ ਕਮਿਟਮੈਂਟ ਹੋਵੇ ਇਸ ਪਾਸੇ, ਜਦੋਂ ਲੰਬੀ ਕਮਿਟਮੈਂਟ ਹੋਵੇ ਤਾਂ ਫੀਲਿੰਗ ਆਂਦੀ ਹੈ ਕਿ ਗੁਰੂ ਮੇਰੇ ਅੰਗ ਸੰਗ ਹੈ ਹਮੇਸ਼ਾ, ਤਾਂ ਹਜ਼ੂਰੀ ਵਾਲਾ ਜੀਵਨ ਮਿਲਦਾ ਹੈ। ਹਜ਼ੂਰੀ ਵਾਲਾ ਜੀਵਨ ਜਿਹੜਾ ਵਾ, ਇੱਕ ਦਿਨ ਹਜ਼ੂਰੀ ਵਾਲਾ ਜੀਵਨ ਚ ਨਹੀਂ ਮਿਲ ਸਕਦਾ, ਜਾਂ ਇੱਕ ਦਿਨ ਕਵੇ ਇੱਕ ਦਿਨ ਮੇਰੇ ਗੁਰੂ ਨਾਨਕ ਨਾਲ ਰਹੇ ਹਨ ਕੱਲ ਤੇ ਹੁਣ ਪਰਸੋਂ ਫਿਰ ਨਹੀਂ ਰਹੇ ਨਾਲ, ਇਹਦਾ ਮਤਲਬ ਤੁਹਾਡਾ ਮਨ ਹਲੇ ਬਣਿਆ ਨਹੀਂ ਉੱਥੇ ਆਉਣ ਨੂੰ। ਏਕੈ ਰੰਗ, ਰੰਗ ਮਤਲਬ ਪਿਆਰ, ਇੱਕੋ ਨਾਲ ਪਿਆਰ ਕਰਦਾ ਹੈ ਤੇ ਹਮੇਸ਼ਾ ਮਹਿਸੂਸ ਕਰਦਾ ਹੈ ਕਿ ਗੁਰੂ ਹਜ਼ੂਰੀ ਵਾਲਾ ਜੀਵਨ ਹੈ। ਤੇ ਹਜ਼ੂਰੀ ਵਾਲਾ ਜੀਵਨ ਉੱਚ ਕੋਟੀ ਦੇ ਜਿਗਿਆਸੂ ਦੇ ਝੋਲੀ ਚ ਪੈਂਦਾ ਹੈ। ਔਰ ਕਈ ਵਾਰੀ ਹਜ਼ੂਰੀ ਵਾਲਾ ਜੀਵਨ ਇਹੋ ਜਿਹਾ ਵੀ ਹੁੰਦਾ ਕਿ ਇੱਕ ਦਿਨ ਆਇਆ, ਜਾਂ ਸੰਡੇ ਹਜ਼ੂਰੀ ਵਾਲਾ ਹੋ ਗਿਆ, ਮੰਡੇ ਹਾਫ ਅ ਡੇ ਹਜ਼ੂਰੀ ਵਾਲਾ ਹੋ ਗਿਆ, ਟਿਊਜ਼ਡੇ ਵੈਨਸਡੇ ਥਰਸਡੇ ਖਿਆਲ ਨਹੀਂ ਆਇਆ ਉਸ ਗੱਲ ਦਾ, ਫਰਾਈਡੇ ਫਿਰ ਹੋ ਗਿਆ ਥੋੜਾ ਬਹੁਤ, ਸੈਟਰਡੇ ਥੋੜਾ ਬਹੁਤ ਹੋ ਗਿਆ, ਸੰਡੇ ਹੋ ਗਿਆ, ਫਿਰ ਨਹੀਂ ਹੋਇਆ। That kind of stuff, though, it really does not help much, unfortunately. But that is in life in general. कोई golf सीख रहा होवे बंदा, तो एक दिन सीखने जाए, एक हफ्ता करे, फिर 2 हफ्ते ना करे, फिर एक दिन कर ले, या एक दिन ऑफिस चला जाए, फिर 2 दिन ऑफिस ना जाए, फिर 2 दिन काम ना करे, फिर तीसरे दिन काम कर ले, वो बहुत तरक्की नहीं कर सकेगा वो बंदा, Similarly, परमात्मा दे रस्ते विच भी same issues हैं। ब्रह्म ज्ञानी के एक है रंग, एक है मतलब एक नाल रंग प्यार, उदा प्यार ਉਸ ਪਰਿਪੂਰਨ ਪ੍ਰਮਾਤਮਾ ਨਾਲ ਇੱਕੋ ਰੰਗ ਨਾਲ ਪਿਆਰ ਹੈ ਉਹਦਾ, ਤਾਂ ਭਰੋਸਾ ਵੀ ਹੈ ਉੱਥੇ ਬਹੁਤ ਜ਼ਿਆਦਾ। ਤੇ ਕਿਸੇ ਚੀਜ਼ ਨਾਲ ਪਿਆਰ ਹੋ ਜਾਣਾ, ਕਿਸੇ ਚੀਜ਼ ਨਾਲ ਲੌਂਗ ਟਰਮ ਪਿਆਰ ਹੋ ਜਾਣਾ ਉੱਥੇ ਹੀ ਹੁੰਦਾ ਜਦੋਂ ਨੈਚੁਰਲੀ ਹੋਵੇ, ਤੇ ਹੈਨਾ, ਤੁਹਾਡੇ ਬੱਚਿਆਂ ਨਾਲ ਤੁਹਾਡਾ ਪਿਆਰ ਨੈਚੁਰਲੀ ਲੌਂਗ ਟਰਮ ਤੇ ਹੈ। even if you survive to be 90 years old and your kid is 60 years old or whatever, your love does not decrease for them, just because they are 60 and you're 90, love ਕਦੀ ਉਹਨਾਂ ਨਾਲ ਨਾ। ਲੇਕਿਨ ਜਿਹੜੇ ਆਸ-ਪਾਸ ਜਿਹੜੇ ਫਰੈਂਡ ਹਨ ਤੁਹਾਡੇ, ਕੀ ਪਤਾ ਕੋਈ ਫਰੈਂਡ ਹੋਵੇ ਜਿਹੜਾ was very close to you at 30 but might not be close to you when you are 70 or vice versa, ਉਹਨਾਂ ਨਾਲ ਨਹੀਂ ਉਹਨਾਂ ਪਿਆਰ ਰਹਿੰਦਾ, ਉਹ ਘਟ ਜਾਂਦਾ, ਵੱਧ ਜਾਂਦਾ। ਲੇਕਿਨ ਜਿਨ੍ਹਾਂ ਨਾਲ ਕਲੋਜ਼ਨੈਸ ਹੁੰਦੀ ਹੈ ਸਪਾਊਸ ਨਾਲ, ਬੱਚਿਆਂ ਨਾਲ, ਉਹਦੇ ਨਾਲ ਪਿਆਰ ਘਟਦਾ ਨਹੀਂ, ਉਹਦਾ ਡਿਪੈਂਡ ਕਰਦਾ ਕਿਤਨੀ ਗਹਿਰੀ ਰਿਲੇਸ਼ਨਸ਼ਿਪ ਹੈ। ਇੱਥੇ ਇੱਕ ਹੈ ਰੰਗ, ਇੱਕੋ ਨਾਲ ਪਿਆਰ ਹੈ, ਇੱਕੋ ਨਾਲ ਰਿਲੇਸ਼ਨਸ਼ਿਪ ਹੈ, ਇੱਕੋ ਨਾਲ ਵਰਤਾਵ ਹੈ। ਬ੍ਰਹਮ ਗਿਆਨੀ ਕੇ ਬਸੈ ਪ੍ਰਭ ਸੰਗ, ਉਹਦੇ ਨਾਲ ਉਹ ਹਮੇਸ਼ਾ ਗੁਰੂ ਅੰਗ ਸੰਗ ਹੋ ਕੇ ਉਹਦੇ ਨਾਲ ਵਿਚਰਦਾ ਹੈ, ਉਹਦੇ ਨਾਲ ਉਹਨਾਂ ਨੂੰ ਹਮੇਸ਼ਾ ਉਹ ਨਾਲ ਰਹਿੰਦਾ ਹੈ। ਤੇ ਦੋਨੋਂ ਰੂਪ ਵਿੱਚ, ਸਰਗੁਣ ਰੂਪ ਵਿੱਚ ਵੀ, ਮਤਲਬ ਕਿ ਜਦੋਂ ਦੇਖਦਾ ਹੈ ਕਿਸੇ ਨੂੰ ਉਹਦੇ ਚ ਗੁਰੂ ਦੇ ਦਰਸ਼ਨ ਹੁੰਦੇ ਹਨ, ਤੇ ਨਿਰਗੁਣ ਰੂਪ ਵਿੱਚ ਅੰਦਰ ਇੱਕ ਸ਼ਬਦ ਦਾ ਇੱਕ ਫਿਲਟਰ ਵੀ ਚੱਲਦਾ ਹੈ ਅੰਦਰ ਦਿਮਾਗ ਦੇ, ਜਦੋਂ ਕਿ ਤੁਹਾਨੂੰ ਜਿਹੜੇ ਵੀ ਤੁਹਾਡੇ ਕੋਲ ਦਿਮਾਗ 'ਚ ਕੋਈ ਗੱਲ ਆਉਂਦੀ ਹੈ, ਉਹ ਉਸ ਸ਼ਬਦ ਦੇ ਫਿਲਟਰ ਵਿੱਚੋਂ ਹੋ ਕੇ ਨਿਕਲਦੀ ਹੈ ਹਮੇਸ਼ਾ। ਸੋ ਫॉर ਐਗਜ਼ਾਮਪਲ ਤੁਹਾਡੇ ਮਨ 'ਚ ਕੋਈ ਖਿਆਲ ਆਇਆ ਕਿਸੇ ਦਾ ਬੁਰਾ, ਤੇ ਉਹ ਸ਼ਬਦ ਦਾ ਫਿਲਟਰ ਜਿਹੜਾ ਅੰਦਰ ਲੱਗਿਆ ਹੋਇਆ ਹੈ, ਉਹ ਸ਼ਬਦ ਦੇ ਫਿਲਟਰ ਵਿੱਚੋਂ ਉਹ ਪ੍ਰੋਸੈਸ ਨਹੀਂ ਹੋ ਸਕੇਗੀ ਥਾਟ, ਉਹ ਦਿਮਾਗ 'ਚ ਗੱਲ ਆਏਗੀ, ਉਹ ਪ੍ਰੋਸੈਸ ਨਹੀਂ ਹੋ, ਛਾਣਨੀ ਵਿੱਚੋਂ ਜਿਸ ਤਰ੍ਹਾਂ ਦੁੱਧ ਕੋਈ ਛਾਣ ਰਿਹਾ ਹੋਵੇ, ਕੋਈ ਦਾਲ ਜਾਂ ਕੋਈ ਚਾਵਲ ਜਾਂ ਕੁਝ ਵੀ, ਤੇ ਕੰਕੜ ਜਿਹੜੇ ਅਲੱਗ ਹੋ ਜਾਂਦੇ ਨੇ, ਉਸੇ ਤਰ੍ਹਾਂ ਸ਼ਬਦ ਦੇ ਫਿਲਟਰ ਵਿੱਚੋਂ ਉਹ ਬੈਡ ਜਿਹੜੀ ਨੈਗੇਟਿਵ ਥਾਟ ਜਿਹੜੀ ਆਈ ਹੈ, ਉਹ ਬਾਹਰੋਂ ਬਾਹਰ ਚਲੀ ਜਾਂਦੀ ਹੈ। ਪਰ ਬ੍ਰਹਮ ਗਿਆਨੀ ਦੇ ਕੇਸ ਵਿੱਚ ਇੰਜ ਗੱਲ ਨਹੀਂ ਹੈ। ਬ੍ਰਹਮ ਗਿਆਨੀ ਦੇ ਕੇਸ ਵਿੱਚ ਉਹ ਥਾਟ ਆਂਦੀ ਹੀ ਨਹੀਂ ਹੈ, ਬੜਾ ਫਰਕ ਹੈ। ਇੱਥੇ ਸੁਣਿਆ ਔਰ ਮੰਨਿਆ ਦੇ ਪੌੜੀਆਂ ਵਿੱਚ ਇੱਥੇ ਫਰਕ ਆ ਜਾਂਦਾ ਹੈ ਉੱਥੇ। ब्रह्म ज्ञानी के बसे प्रभ संग की, क्योंकि ब्रह्म ज्ञानी के नाम आधार, नाम ਦਾ ਆਧਾਰ ਮਤਲਬ ਕਿ ਉਹਦੇ ਪਿਆਰ ਦਾ ਆਧਾਰ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਣ ਵਾਲੀ ਅਵਸਥਾ ਹੈ। ਉਹ ਨਹੀਂ, ਉਹਦਾ ਜੀਵਨ ਦਾ ਆਧਾਰ ਪ੍ਰਮਾਤਮਾ ਦੇ ਪਿਆਰ ਹੈ, ਤੇ ਪ੍ਰਮਾਤਮਾ ਦਾ ਪਿਆਰ ਸੇਵਾ ਰਾਹੀਂ, ਸਿਮਰਨ ਰਾਹੀਂ ਇਕੱਠਾ ਕਰਦਾ ਉਹ। ਤੇ ਇਹ ਪੂੰਜੀ ਲੌਂਗ ਟਰਮ ਰਿਲੇਸ਼ਨਸ਼ਿਪ ਦੀ ਵਜ੍ਹਾ ਦੇ ਨਾਲ ਨਾਮ ਦੇ ਨਾਲ, ਨਾਮ ਦੇ ਉੱਤੇ ਆਧਾਰ ਹੈ। ਪ੍ਰਾਂਤ ਸਾਰਿਆਂ ਦਾ ਆਧਾਰ ਨਾਮ ਨਹੀਂ ਹੋ ਸਕਦਾ। ਉਹ ਨਾਮ ਦਾ ਆਧਾਰ ਤਾਂ ਹੀ ਹੋ ਸਕਦਾ ਹੈ ਕਿ ਨਾਮ ਤੁਹਾਨੂੰ ਕਲੋਜ਼ਨੈਸ ਲੱਗੇ ਨਾਮ ਦੀ। ਬਾਣੀ ਜਗ੍ਹਾ ਇਸੇ ਵਾਸਤੇ, ਬਾਣੀ ਵੀ ਦੇਖੋਗੇ ਗੁਰਬਾਣੀ ਵਿੱਚ, 52 ਅੱਖਰੀ ਦੀ ਬਾਣੀ ਵਿੱਚ ਸਪੈਸ਼ਲੀ, ਜਿੱਥੇ 52 ਅੱਖਰੀ, 2 52 ਅੱਖਰੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਇੱਕ ਕਬੀਰ ਸਾਹਿਬ ਦੀ ਲਿਖੀ ਹੋਈ ਹੈ, ਇੱਕ ਗੁਰੂ ਅਰਜਨ ਪਾਤਸ਼ਾਹ ਦੀ ਲਿਖੀ ਹੋਈ ਬਾਣੀ ਹੈ। 52 ਅੱਖਰੀ ਮਹੱਲਾ 5ਵਾਂ,
ਸੁਖਮਨੀ ਸਾਹਿਬ ਤੋਂ ਪਹਿਲੇ ਜਿਹੜੀ ਗੌੜੀ ਰਾਗ ਵਿੱਚ ਬਾਣੀ ਲਿਖੀ ਹੈ ਉਹਦੇ ਵਿੱਚ 2 ਸ਼ਲੋਕ ਹਨ ਜਿਹੜੇ ਸਿਮਿਲਰ ਹਨ। ਪਹਿਲਾ ਸ਼ਲੋਕ ਤੇ ਅਖੀਰਲਾ ਸ਼ਲੋਕ ਤੇ ਗੁਰੂ ਤੇ ਫੋਕਸਡ ਹਨ। ਤੇ ਉਹਨਾਂ ਸ਼ਲੋਕਾਂ ਨੂੰ ਕਈ ਵਾਰੀ ਬੰਦਾ ਪੜ੍ਹਦਾ ਤੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਪਹਿਲੀਆਂ ਲਾਈਨ ਜੇ ਅਸੀਂ ਪੜ੍ਹੋਗੇ ਤੇ ਲਿਖਿਆ ਹੋਇਆ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ। ਇਹ ਪਹਿਲੀਆਂ ਲਾਈਨਾਂ ਹਨ 52 ਅੱਖਰੀ ਦੀਆਂ। ਤੇ ਰੀਜ਼ਨ ਗੁਰਬਾਣੀ ਵਿੱਚ ਬੜੀ ਜਗ੍ਹਾ ਪ੍ਰਮਾਤਮਾ ਨੂੰ ਮਾਪਿਓ ਕਿਹਾ ਗਿਆ ਹੈ, ਭੈਣ ਭਰਾ ਕਿਹਾ ਗਿਆ ਹੈ। ਰੀਜ਼ਨ ਇਹਦਾ ਇਹ ਹੈ ਕਿ ਮਮ ਨਾਲ ਮਦਰ ਨਾਲ ਰਿਲੇਸ਼ਨਸ਼ਿਪ ਬੜੀ ਸਟਰੋਂਗ ਹੁੰਦੀ ਹੈ ਬੰਦਿਆਂ ਦੀ। ਤੇ ਇਹ ਰਿਲੇਸ਼ਨਸ਼ਿਪ ਜਦੋਂ ਪ੍ਰਮਾਤਮਾ ਨਾਲ ਇਤਨੀ ਸਟਰੋਂਗ ਹੋ ਜਾਵੇ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਮਾਂ ਨਾਲ ਰਿਲੇਸ਼ਨਸ਼ਿਪ ਹੈ ਉਸੇ ਤਰ੍ਹਾਂ ਪ੍ਰਮਾਤਮਾ ਨਾਲ ਰਿਲੇਸ਼ਨਸ਼ਿਪ, ਉਹਦਾ ਪਰਿਵਾਰ ਦਾ ਹਿੱਸਾ ਬਣ ਜਾਂਦੇ ਨੇ ਉਹ ਬੰਦੇ। ਉਹਨੇ ਬੜਾ ਮੁਸ਼ਕਿਲ ਹੈ ਕਿਸੇ ਆਮ ਬੰਦੇ ਨੂੰ ਸਮਝਾਉਣਾ ਜਿਹੜਾ ਚੱਲਿਆ ਨਹੀਂ ਇਸ ਰਸਤੇ ਦੇ ਉੱਤੇ। ਬਟ ਇਫ ਯੂ ਵਾਕ ਔਨ ਦੈਟ ਪਾਥ, ਉਦੋਂ ਜਿਹੜੀ ਵਾਰਮਥ ਮਦਰ ਕੋਲ ਮਿਲਦੀ ਹੈ, ਜਿਹੜੀ ਵਾਰਮਥ ਫਾਦਰ ਕੋਲ ਮਿਲਦੀ ਹੈ, ਜਿਹੜੀ ਵਾਰਮਥ ਫਰੈਂਡਸ ਕੋਲ ਮਿਲਦੀ ਹੈ, ਜਿਹੜੀ ਵਾਰਮਥ ਬ੍ਰਦਰਸ ਐਂਡ ਸਿਸਟਰ ਤੋਂ ਮਿਲਦੀ ਹੈ, ਜਿਹੜੀ ਵਾਰਮਥ ਗ੍ਰੈਂਡ ਪੇਰੈਂਟਸ ਤੋਂ ਮਿਲਦੀ ਹੈ, ਉਹ ਵਾਰਮਥ ਪ੍ਰਮਾਤਮਾ ਦੇ ਪਿਆਰ ਤੋਂ ਉਸ ਤੋਂ ਕਈ ਗੁਣਾ ਜ਼ਿਆਦਾ ਮਿਲਦੀ ਹੈ ਪਿਆਰ। ਉਹਨੇ ਕਿਸ ਨੂੰ ਹੋਵੇ ਤਾਂ ਅੰਦਾਜ਼ਾ ਹੋਵੇ ਇਸ ਗੱਲ ਦਾ, ਨਹੀਂ ਤੇ ਬੰਦਾ ਕਹਿੰਦਾ ਇਹ ਨਹੀਂ ਹੋ ਸਕਦੀ ਗੱਲ ਕਦੀ। ਪਰ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਹੈ ਉਹਨਾਂ ਨੇ ਲਿਖਿਆ ਹੈ ਗੱਲ ਨੂੰ। ਅੱਗੇ ਜਾ ਕੇ ਇਸ ਅਸ਼ਟਪਦੀ ਵਿੱਚ ਹੀ ਗੱਲ ਆਏਗੀ ਕਿ ਨਾਮ ਆਧਾਰ ਬਣ ਜਾਂਦਾ ਹੈ ਕਿ ਬ੍ਰਹਮ ਗਿਆਨੀ ਕੇ ਨਾਮ, ਮੇਰੀ ਗੱਲ ਇੱਥੇ ਅੱਗੇ ਪ੍ਰੂਵ ਹੋ ਗਈ ਹੁਣ। ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਪਰਿਵਾਰ ਮਤਲਬ ਤੁਹਾਡੀ ਫੈਮਿਲੀ। ਫੈਮਿਲੀ ਤੇ ਬੰਦਾ ਬੜਾ ਭਰੋਸਾ ਕਰਦਾ ਹੈ ਮੇਰੀ ਫੈਮਿਲੀ ਬੜੀ ਜ਼ਬਰਦਸਤ ਹੈ, ਫੈਮਿਲੀ ਦਾ ਬੜਾ ਆਸਰਾ ਹੈ ਉਸਨੂੰ, ਆਸ-ਪਾਸ ਲੋਕ ਰਹਿੰਦੇ ਹਨ ਬੜੇ। ਤੇ ਭਗਤਾਂ ਵਾਸਤੇ ਉਹਨਾਂ ਦੀ ਫੈਮਿਲੀ, ਭਗਤਾਂ ਵਾਸਤੇ ਉਹਨਾਂ ਦੀ ਫੈਮਿਲੀ, ਉਹਨਾਂ ਦਾ ਮਾਪਿਓ ਪ੍ਰਮਾਤਮਾ ਦਾ ਪਿਆਰ ਹੈ। ਉਹ ਬਹੁਤ ਭਰੋਸਾ ਕਰਦੇ ਹਨ ਨਾਮ ਦੇ ਉੱਤੇ। ਉਹਨਾਂ ਦਾ ਭਰੋਸਾ ਗੁਰੂ ਤੇ, ਉਹਨਾਂ ਦਾ ਭਰੋਸਾ ਪ੍ਰਮਾਤਮਾ ਤੇ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਤਰ੍ਹਾਂ ਪ੍ਰਮਾਤਮਾ ਉਹਨਾਂ ਵਾਸਤੇ ਸਮਝ ਲਓ ਕਿ ਜਿਸ ਤਰ੍ਹਾਂ ਮਾਂ ਦਾ ਪਿਆਰ ਦਿੰਦਾ ਹੈ ਨਾ ਕਿਸੇ ਨੂੰ ਕੋਈ, ਉਸ ਤਰ੍ਹਾਂ ਉਹ ਪਰਿਵਾਰ ਦੇ ਨਾਮ ਪਰਿਵਾਰ, ਪ੍ਰਮਾਤਮਾ ਦਾ ਪਿਆਰ ਹੀ ਉਹਨਾਂ ਵਾਸਤੇ ਆਪਣਾ ਪਰਿਵਾਰ ਹੋ ਜਾਂਦਾ ਹੈ। ਔਰ ਇਹ ਗੱਲ ਤੁਸੀਂ ਨੋਟਿਸ ਕਰੋਗੇ ਕਿ ਫਿਰ ਇਹ ਬੰਦੇ ਫਿਰ ਡਿਪੈਂਡ ਨਹੀਂ ਕਰਦੇ ਕਿਸੇ ਫੈਮਿਲੀ ਦੇ ਰਿਲੇਸ਼ਨਸ਼ਿਪ ਵਾਸਤੇ। ਇਹ ਫੈਮਿਲੀ ਚਲੋ ਉੱਤੇ ਨੀਚੇ ਵੀ ਹੋ ਜਾਏ ਗੱਲ, ਕੋਈ ਦੁਖੀ ਹੋ ਜਾਏ, ਕੋਈ somebody falls sick or somebody leaves this world, ਉਹਨਾਂ ਨੂੰ ਕੋਈ ਬਹੁਤਾ ਅਸਰ ਨਹੀਂ ਪੈਂਦਾ ਇਸ ਗੱਲ ਦਾ, ਕਿਉਂਕਿ ਮੋਹ ਦੇ ਉੱਤੇ ਕਾਬੂ ਹੋ ਜਾਂਦਾ ਉਹਨਾਂ ਦਾ। ਕਿਉਂਕਿ ਪ੍ਰਮਾਤਮਾ ਨਾਲ ਪਿਆਰ ਇਤਨਾ ਘਣਾ ਹੋਣ ਕਰਕੇ ਇਹ ਜਿਹੜੀਆਂ ਦੂਸਰੀਆਂ ਜਿਹੜੀਆਂ ਟ੍ਰਾਂਜ਼ਿਟਰੀ ਰਿਲੇਸ਼ਨਸ਼ਿਪਸ ਜਿਹੜੀਆਂ ਹਨ, ਜਿਹੜੀਆਂ ਆਈਆਂ ਹਨ ਤੇ ਚਲੀਆਂ ਜਾਣਗੀਆਂ ਇੱਕ ਦਿਨ, ਉਹਦੇ ਉਹ ਰਿਅਲਾਈਜ਼ ਕਰ ਲੈਂਦਾ ਇਸ ਬੰਦੇ ਨੂੰ ਕਿ ਇਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਮਾਂ ਮੇਰੀ ਚਲੀ ਜਾਏਗੀ ਇੱਕ ਦਿਨ। ਸ਼ਲੋਕ ਸੰਸਕ੍ਰਿਤੀ ਵਿੱਚ ਪਹਿਲੇ ਸ਼ਲੋਕ ਵਿੱਚ ਪੰਡਤਾਂ ਨੇ ਕੁਐਸਚਨ ਕੀਤਾ, ਮਹਾਰਾਜ ਇਹ ਦੱਸੋ ਕਿ ਇਹ ਜਿਹੜੀਆਂ ਬਾਹਰਲੀਆਂ ਰਿਲੇਸ਼ਨਸ਼ਿਪ ਹਨ ਜਿਹੜੀਆਂ ਮਾਪਿਓ ਦੀਆਂ, ਇੱਕ ਵਾਰੀ ਉਹ ਤ੍ਰਿਗੰਤ ਵਾਲਾ ਜਿਹੜਾ ਪਿਆਰ ਦਾ ਇਸ਼ੂ ਲਾਸਟ ਟਾਈਮ ਡਿਸਕਸ ਕੀਤਾ ਸੀ, ਉਸ ਤੋਂ ਪਹਿਲਾ ਸ਼ਲੋਕ ਵਿੱਚ ਮਹਾਰਾਜ ਕਤੰਚ ਵਰਡ ਯੂਜ਼ ਕਰਦੇ ਹਨ ਮਾਪਿਓ ਦੇ ਪਿਆਰ ਵਾਸਤੇ। ਉਸੇ ਸੀਰੀਜ਼ ਵਿੱਚ ਤੇ ਤ੍ਰਿਗੰਤ ਦੇ ਸ਼ਲੋਕ ਤੋਂ ਪਹਿਲਾ ਜਿਹੜਾ ਸ਼ਲੋਕ ਹੈ ਜਿਹੜਾ ਉੱਥੇ ਵਰਡ ਆਏ ਹਨ ਕੰਤੰਚ ਮਾਤਾ ਕਤੰਚ ਪਿਤਾ। ਕਤੰਚ ਕਿੱਥੇ ਰਹਿ ਗਈ ਹੈ ਮਾਂ ਤੇਰੀ, ਜਾਂ ਕਿੱਥੇ ਹੈ ਤੇਰੀ ਮਾਂ, ਕਿੱਥੇ ਹੈ ਤੇਰਾ ਪਿਓ, ਕਿੱਥੇ ਹਨ ਤੇਰੇ ਬੱਚੇ, ਕਿੱਥੇ ਹੈ ਤੇਰੇ ਭੈਣ ਭਰਾ। ਕਤੰਚ ਭਰਾਤ ਬੰਧਵ ਵੀ ਵਰਡ ਆਏ ਹਨ ਉੱਥੇ। ਕੌਣ ਰਹਿ ਗਿਆ? ਭਾਵ ਕਿਸੇ ਨੇ ਨਹੀਂ ਰਹਿਣਾ ਇੱਥੇ, ਕੋਈ ਨਹੀਂ ਰਹਿਣ ਵਾਸਤੇ ਆਇਆ ਇੱਥੇ ਪਰਮਾਨੈਂਟਲੀ। ਇਸ ਵਾਸਤੇ ਜੇ ਨਾਮ ਪਰਿਵਾਰ ਕਰੋਗੇ ਤੇ ਦੁੱਖ ਘੱਟ ਲੱਗੇਗਾ ਆਪਣਿਆਂ ਦਾ। ਜੇ ਨਾਮ ਪਰਿਵਾਰ ਕਰੋਗੇ ਤੇ ਇਤਨਾ ਆਸਰਾ ਉਹਦਾ ਹੋ ਜਾਂਦਾ ਹੈ ਕਿ ਅਗਰ ਜ਼ਿੰਦਗੀ 'ਚ ਕੋਈ ਦੁੱਖ ਆ ਜਾਵੇ, ਜ਼ਿੰਦਗੀ ਕੋਈ ਤਕਲੀਫ ਆ ਜਾਵੇ, ਜ਼ਿੰਦਗੀ ਕੋਈ ਪ੍ਰੋਬਲਮ ਆ ਜਾਵੇ, ਸਪਾਊਸ ਨੂੰ ਕੁਝ ਹੋ ਜਾਵੇ, ਮਾਪਿਓ ਨੂੰ ਕੁਝ ਹੋ ਜਾਵੇ, ਤੇ ਤੁਹਾਡਾ ਪਰਿਵਾਰ, ਤੁਹਾਡੀ ਫੈਮਿਲੀ ਜਿਹੜੀ ਹੈ ਉਹ ਫੈਮਿਲੀ ਨਹੀਂ ਰਹਿੰਦੀ, ਐਕਸਟੈਂਡਡ ਫੈਮਿਲੀ ਹੋ ਜਾਂਦੀ ਹੈ। ਤੇ when Guru becomes a part of your extended family, when God becomes part of your extended family, ਤੇ ਉਸ extended family ਦਾ ਫਾਇਦਾ ਇਹ ਹੁੰਦਾ ਹੈ ਕਿ ਉਹ extended family ਦਾ ਪਿਆਰ ਇਤਨਾ ਉਜਾਗਰ ਹੋ ਜਾਂਦਾ ਹੈ ਬੰਦੇ ਅੰਦਰ ਕਿ ਜਿਹੜੀਆਂ ਫਿਰ ਟ੍ਰਾਂਜ਼ਿਟਰੀ ਜਿਹੜੀਆਂ ਰਿਲੇਸ਼ਨਸ਼ਿਪ ਦਾ ਪਿਆਰ ਹੈ, ਉਹਦੇ ਸਾਹਮਣੇ ਫਿਰ ਫੀਕਾ ਪੈ ਜਾਂਦਾ ਹੈ ਪਿਆਰ, ਤੇ ਬੰਦਾ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ 'ਚ ਈਜ਼ੀ ਮਹਿਸੂਸ ਕਰਦਾ ਹੈ। ਇਸ ਵਾਸਤੇ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ। ਤੇ ਉਸ ਸ਼ਲੋਕ ਵਿੱਚ, ਪਹਿਲੇ ਸ਼ਲੋਕ ਵਿੱਚ ਮਹਾਰਾਜ ਪੰਡਤਾਂ ਨੂੰ ਉਪਦੇਸ਼ ਇਸੀ ਗੱਲ ਦਾ ਦਿੰਦੇ ਹਨ
ਕਿ ਇਹ ਜਿਹੜੀਆਂ ਟ੍ਰਾਂਜ਼ਿਟਰੀ ਰਿਲੇਸ਼ਨਸ਼ਿਪ ਜਿਹੜੀਆਂ ਚੱਲੀਆਂ ਜਾਣਗੀਆਂ ਹਮੇਸ਼ਾ, ਉਤਕਤੰਚ ਵਾਲੇ ਸ਼ਲੋਕ ਵਿੱਚ ਨੋਟਿਸ ਕਰੋਗੇ, ਜੇ ਬਾਅਦ ਵਿੱਚ ਪੜ੍ਹਨਾ, we need not discuss it right now, but ਤੁਸੀਂ ਨੋਟਿਸ ਕਰੋਗੇ ਉਸ ਸ਼ਲੋਕ ਵਿੱਚ ਬਾਰ-ਬਾਰ ਮਹਾਰਾਜ ਹਰ ਰਿਲੇਸ਼ਨ ਨੂੰ ਡਿਫਾਈਨ ਕਰਕੇ ਉਸ ਨੂੰ ਕਤੰਚ ਕਹਿੰਦੇ ਹਨ। ਵੀ ਕਿੱਥੇ ਹੈ ਉਹ, ਕੌਣ ਰਹਿ ਗਿਆ, ਕਿਹਦੇ ਵਾਸਤੇ ਹੈ, ਕਿੰਨੇ ਦੇਖਿਆ ਹਮੇਸ਼ਾ ਰਹਿਣ ਵਾਲਾ ਪਿਆਰ ਹੈ, ਕਿਸੇ ਨੇ ਨਹੀਂ ਦੇਖਿਆ, ਕੋਈ ਚੀਜ਼ ਹਮੇਸ਼ਾ ਨਹੀਂ ਰਹਿਣ ਵਾਲੀ। ਇੱਥੇ ਤੱਕ ਵਰਡ ਆਏ ਹਨ, ਕਤੰਚ ਚੱਪਲ ਮੋਹਨੀ ਰੂਪੰ ਪੇਖੰਤੰ ਤਿਆਗੰ ਕਰੋਤ। ਤੇ ਖਾਲੀ ਇਹ ਨਹੀਂ, ਕਈਆਂ ਨੂੰ ਪਿਆਰ ਪਰਿਵਾਰ ਨਾਲ ਘੱਟ ਹੁੰਦਾ, ਆਪਣੇ ਪੈਸੇ ਨਾਲ ਜ਼ਿਆਦਾ ਹੁੰਦਾ, ਆਪਣੇ ਪਾਵਰ ਨਾਲ ਜ਼ਿਆਦਾ ਹੁੰਦਾ ਪਿਆਰ। ਕਈ ਬੜੇ ਇਹੋ ਜਿਹੇ ਵੀ ਹਨ, ਬੜੇ ਜਿਹੜੇ ਆਪਣੇ ਮਾਪਿਓ ਨਾਲੋਂ, ਆਪਣੇ ਸਪਾਊਸ ਨਾਲੋਂ ਪੈਸੇ ਨਾਲ ਜ਼ਿਆਦਾ ਪਿਆਰ ਕਰਦੇ ਹਨ, ਪਾਵਰ ਨੂੰ ਜ਼ਿਆਦਾ ਪਿਆਰ ਕਰਦੇ। ਉਹ ਆਪਣੀ ਫੈਮਿਲੀ ਨੂੰ ਵੀ ਛੋੜ ਕੇ ਉਸ ਪਾਸੇ ਜਾਣ ਨੂੰ ਤਿਆਰ ਹਨ, ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ। ਉੱਥੇ ਮਹਾਰਾਜ ਕਹਿੰਦੇ ਹਨ ਕਿ ਇਹ ਤੇ ਛੋੜ ਕੇ ਜਾਣਗੇ ਜਦੋਂ ਡੈਥ ਹੋਏਗੀ ਇਹਨਾਂ ਦੀ। ਤੇ ਮਾਇਆ ਵਾਸਤੇ ਵਰਡ ਯੂਜ਼ ਕੀਤਾ ਨਹੀਂ ਉੱਥੇ, ਕਤੰਚ ਚੱਪਲ ਮੋਹਿਨੀ ਰੂਪੰ ਪੇਖੰਤੇ ਤਿਆਗੰ ਕਰੋਤ। ਪੇਖੰਤੇ ਤਿਆਗੰ ਕਰੋਤ, ਤੇਰੇ ਦੇਖਦਿਆਂ ਤੈਨੂੰ ਛੋੜ ਕੇ ਚਲੀ ਜਾਏਗੀ, ਤੇਰੇ ਹੁੰਦਿਆਂ ਸੌਂਦਿਆਂ ਤੈਨੂੰ ਦੇਖ ਕੇ ਜਾ ਸਕਦੀਆਂ ਹਨ। ਤੂੰ ਕੁਝ ਨਹੀਂ ਕਰ ਪਾਏਗਾ ਮੂਰਖ, ਕਿਸ ਪਾਸੇ ਲੱਗਿਆ ਹੋਇਆ ਤੂੰ। ਪਿਆਰ ਉਹਦੇ ਨਾਲ ਕਰ ਜਿਹਨੇ ਕਦੀ ਜਾਣਾ ਹੀ ਨਹੀਂ ਹੈ, ਜਿਹਨੇ ਹਮੇਸ਼ਾ ਤੇਰੇ ਨਾਲ ਰਹਿਣਾ ਹੈ। ਤੇ ਇਸ ਗੱਲ ਦਾ ਉੱਥੇ ਪੰਡਤਾਂ ਨੂੰ ਇਹ ਉਪਦੇਸ਼ ਦਿੰਦੇ ਹਨ ਕਿ ਟ੍ਰਾਂਜ਼ਿਟਰੀ ਰਿਲੇਸ਼ਨਸ਼ਿਪ ਤੋਂ ਹਟ ਕੇ ਪਰਮਨੈਂਟ ਰਿਲੇਸ਼ਨਸ਼ਿਪ ਬਣਾਓ। ਤੇ ਇੱਥੇ ਵੀ ਇਹੀ ਉਪਦੇਸ਼ ਦਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਪਿਆਰ, ਬ੍ਰਹਮ ਗਿਆਨੀ ਦੀ ਪ੍ਰਮਾਤਮਾ ਦੀ ਰਿਲੇਸ਼ਨਸ਼ਿਪ ਪਰਿਵਾਰ ਵਰਗੀ ਹੈ। ਬ੍ਰਹਮ ਗਿਆਨੀ ਸਦਾ ਸਤ ਜਾਗਤ ਤੇ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਸਦਾ ਸਤ ਜਾਗਤ, ਜਾਗਤ ਅਵਸਥਾ ਵਿੱਚ ਅਵੇਕ ਹੈ, ਮੈਂਟਲੀ ਅਵੇਕ ਹੈ, ਹਮੇਸ਼ਾ ਸੁੱਤਾ ਨਹੀਂ ਹੋਇਆ। ਤੇ ਸੌਣ ਵਾਲਾ ਕੀ ਹੁੰਦਾ, who is mentally not awake? People who are not mentally awake are people who are not connected to their guru, are mentally not awake. ਜਿਹੜੇ ਸੁੱਤੇ ਹੋਏ ਹਨ, ਜਿਹੜੇ ਇੱਕ ਅਲੱਗ ਦੁਨੀਆ ਜੀਂਦੇ ਹਨ, ਸਮਝ ਕੇ ਇਹੀ ਦੁਨੀਆ ਹੈ ਸਾਡੀ। ਤੇ ਜਿਹੜੇ ਉਸ ਦੁਨੀਆ ਵੀ ਜੀਂਦੇ ਹਨ, ਜਿਹੜੇ ਉਸ ਦੁਨੀਆ ਵੀ ਜੀਂਦੇ ਹਨ, ਜਿਹੜੇ ਹਮੇਸ਼ਾ ਮੈਂਟਲੀ ਅਵੇਕ ਨਹੀਂ ਹੁੰਦੇ, ਜਿਹੜੇ ਸੁੱਤੇ ਹੋਏ ਹਨ ਹਮੇਸ਼ਾ, ਇੱਕ ਦਿਨ ਨੀਂਦ ਜਦੋਂ ਖੁੱਲਦੀ ਹੈ ਉਹਨਾਂ ਦੀ, that is too late, then nothing you can do about it then, ਤੇ ਲੇਕਿਨ ਬ੍ਰਹਮ ਗਿਆਨੀ ਹਮੇਸ਼ਾ ਜਾਗਦਾ ਹੈ, ਬ੍ਰਹਮ ਗਿਆਨੀ ਕਦੀ ਸੌਂਦਾ ਨਹੀਂ ਹੈ। ਜਿਹੜੀ ਉਹ ਉੱਚੀ ਅਵਸਥਾ ਦਾ, ਤੇ ਇਹ ਬੜੀਆਂ ਐਗਜ਼ਾਮਪਲ ਤੁਸੀਂ ਸੰਤਾਂ ਬਾਰੇ ਅਗਰ ਪੜ੍ਹੋ, ਸੰਤ ਬਾਬਾ ਨੰਦ ਸਿੰਘ ਹੋਰੀ, ਮੈਂ ਬੜਾ ਸੁਣਿਆ ਹੈ ਉਹਨਾਂ ਬਾਰੇ, ਬਹੁਤ ਸਟੱਡੀ ਵੀ ਕੀਤਾ ਹੈ। ਕਈਆਂ ਵਾਰੀ ਲੋਕਾਂ ਕੋਲੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਬੰਦਾ। ਔਰ ਕਈ ਵਾਰੀ ਹੱਡ ਬੀਤੀਆਂ ਗੱਲਾਂ ਇਹੋ ਜਿਹੀਆਂ ਸੁਣੀਆਂ ਹੋਈਆਂ ਹਨ ਆਪਣੀ ਫੈਮਿਲੀ ਵਿੱਚ, ਜਿਹੜੇ ਬੰਦੇ ਜਿਹੜੇ ਸਪਿਰਿਚੁਅਲੀ ਥੋੜੇ ਐਡਵਾਂਸ ਲੈਵਲ ਤੇ ਸਨ, ਤੇ ਇਹ ਬੰਦੇ ਨੂੰ, ਇਸ ਬੰਦੇ ਦੀ ਨੀਂਦ ਵਿੱਚ, ਇਸ ਬੰਦੇ ਦੇ ਜ਼ਿਹਨ ਦੇ ਵਿੱਚ ਪ੍ਰਮਾਤਮਾ ਦਾ ਪਿਆਰ ਹਿਲਦਾ ਨਹੀਂ ਹੈ। ਮੈਨੂੰ ਇੱਕ ਵਾਰੀ ਘਰ ਸਾਡੇ ਕੋਈ ਆਏ ਤੇ ਕਹਿਣ ਲੱਗੇ, ਸੰਤ ਬਾਬਾ ਨੰਦ ਸਿੰਘ ਹੋਰੀ, ਸੰਤ ਬਾਬਾ ਅਤਰ ਸਿੰਘ ਬਾਰੇ ਗੱਲ ਸੁਣਾਉਂਦੇ ਸਨ। ਕੋਈ ਕਹਿਣ ਲੱਗੇ ਇੱਕ ਵਾਰੀ ਕਿਧਰੇ ਕੋਈ ਕਥਾ ਕਰਨ ਗਏ ਕਿਧਰੇ, ਤੇ ਕਮਰੇ ਸੁੱਤੇ ਹੋਏ ਸਨ, ਤੇ ਸੇਵਕ ਅੰਦਰ ਨਾਲ ਸੁਣਦਾ ਸੀ, ਕੋਈ ਨਾਲ ਬੰਦਾ। ਤੇ ਸਵੇਰੇ ਕਿਧਰੇ 3 ਵਜੇ ਕੋਈ ਲੋੜ ਪੈ ਗਈ, ਕਿਸੇ ਚੀਜ਼ ਦੀ ਖੜਕਾ ਕੋਈ ਹੋਇਆ, ਤੇ ਉਹਨਾਂ ਦੇ ਕਮਰੇ ਚੋਂ ਲੰਘਿਆ, ਤੇ ਅੰਦਰੋਂ ਵਾਹਿਗੁਰੂ ਗੁਰੂ ਮੰਤਰ ਦੀ ਆਵਾਜ਼ ਪਈ ਆਵੇ। ਤੇ ਸੇਵਕ ਨੇ ਦਰਵਾਜ਼ਾ ਖੋਲਿਆ ਨਹੀਂ ਪੂਰਾ, ਤੇ ਦੇਖਿਆ ਕਿ ਅੰਦਰ ਆਵਾਜ਼ ਪਈ ਆਂਦੀ ਹੈ ਉੱਚੀ। ਹੁਣ ਪਤਾ ਨਹੀਂ ਗੱਲ, ਹੁਣ ਜਿਹੜਾ ਇਸ ਪਾਸੇ ਨਹੀਂ ਚੱਲਦਾ ਉਹ ਕਹੇਗਾ ਗੱਲ ਕਦੀ ਹੋਈ ਨਹੀਂ, ਕਦੀ ਗੱਲ, ਮੈਂ ਤੁਹਾਨੂੰ ਗੱਲ ਸੁਣਾ ਰਿਹਾ ਜਿਸ ਤਰ੍ਹਾਂ ਮੈਂ ਸੁਣੀ ਹੈ ਗੱਲ। ਤੇ ਸੇਵਕ ਨੇ ਜ਼ਰਾ ਦਰਵਾਜ਼ਾ ਖੋਲ ਕੇ ਅੰਦਰ ਵੇਖਿਆ ਕਿ ਅੰਦਰ ਸੰਤ ਤੇ ਲੇਟੇ ਪਏ ਹਨ, ਸੁੱਤੇ ਪਏ ਹਨ, ਤੇ ਆਵਾਜ਼ ਕਿੱਥੋਂ ਆ ਰਹੀ ਹੈ ਉਹਨਾਂ ਦੀ ਅੰਦਰੋਂ। ਸੁੱਤੇ ਹੋਏ ਦੀ ਅੰਦਰੋਂ ਗੁਰੂ ਮੰਤਰ ਦੀ ਆਵਾਜ਼ ਆ ਜਾਣੀ, ਇਹ ਨਿਸ਼ਾਨੀਆਂ ਹਨ ਬ੍ਰਹਮ ਗਿਆਨੀਆਂ ਦੀਆਂ। ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਹੋਰ ਸ਼ਲੋਕ ਹੈ ਜਿਹਦੇ ਵਿੱਚ ਮਹਾਰਾਜ ਇਸ ਗੱਲ ਦੇ ਲਾਸਟ ਕਹਿੰਦੇ ਹਨ ਕਿ ਬਾਜੰਤ ਨਾਨਕ ਸ਼ਬਦ ਵੀਣਾ ਵਰਜ ਆਏ ਹਨ। ਉਹਨਾਂ ਦੇ ਅੰਦਰ ਸ਼ਬਦ ਦੀ ਵੀਣਾ ਇੱਕ ਮਿਊਜ਼ੀਕਲ ਇਨਸਟਰੂਮੈਂਟ ਹੈ, ਜਿਹੜੇ ਪੁਰਾਤਨ ਇੰਡੀਆ ਵਿੱਚ ਜਿਹੜੀ ਲక్ష్ਮੀ ਵਜਾਂਦੀ ਸੀ ਉਹਨਾਂ ਦੇ ਹੱਥ ਵਿੱਚ ਹੈ, ਸਰਸਵਤੀ ਦੇ ਹੱਥ ਵਿੱਚ ਹੈ, ਦੇਵੀਆਂ ਦੇਵਤਾਂ ਦੇ ਹੱਥ ਵਿੱਚ ਇੱਕ ਪੁਰਾਣਾ ਮਿਊਜ਼ੀਕਲ ਇਨਸਟਰੂਮੈਂਟ ਹੈ। ਹੁਣ ਉਹਦੀ ਘਟ ਗਈ ਹੈ ਯੂਜ਼ੇਜ, ਬੜੀ ਸਾਊਥ ਇੰਡੀਆ ਵਿੱਚ ਯੂਜ਼ ਹੁੰਦਾ ਹੈ ਇਨਸਟਰੂਮੈਂਟ। ਤੇ ਉੱਥੇ ਵਰਡ ਆਏ ਹਨ ਵਾਜੰਤ ਨਾਨਕ ਸ਼ਬਦ ਵੀਣਾ, ਉਹਨਾਂ ਦੇ ਅੰਦਰੋਂ ਸ਼ਬਦ ਦੀ ਵੀਣਾ ਕੰਟੀਨਿਊਸਲੀ ਵੱਜਦੀ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਵਾਲੀ ਅਵਸਥਾ ਹੁੰਦੀ ਹੈ ਉਹਨਾਂ ਦੀ। ਤੇ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਅਹੰਗ ਦੀ ਬੁੱਧ ਭਾਵ ਜਿਹੜੀ
ਅਹੰਕਾਰ ਦੀ ਬੁੱਧੀ ਹੈ ਜਿਹੜੀ ਸੈਪਰੇਸ਼ਨ ਦੀ ਬੁੱਧੀ ਹੈ, ਜਿਹੜੀ ਅੰਦਰੋਂ ਇਹ ਅਹਿਸਾਸ ਕਰਨ ਵਾਲੀ ਬੁੱਧੀ ਹੈ ਹਉਮੈ ਦੀ ਕਿ ਮੈਂ ਅਲੱਗ ਆ ਪ੍ਰਮਾਤਮਾ ਤੋਂ, ਉਹ ਬੁੱਧ ਦਾ ਤਿਆਗ ਹੋ ਜਾਂਦਾ ਉਹਨਾਂ ਦੇ ਅੰਦਰ। ਤੇ ਇਹ ਅਵਸਥਾ ਹੋਣ ਦੇ ਕਾਰਨ ਤੇ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਤੇ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ। ਹੁਣ ਆਨੰਦ ਦੀ ਡੈਫੀਨੇਸ਼ਨ ਕੀ ਬੰਦਾ ਦੇ ਸਕਦਾ ਹੈ? ਬੜੀਆਂ ਆਥਰਸ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਆਨੰਦ ਦੀ ਡੈਫੀਨੇਸ਼ਨ ਦਿਓ ਜੀ। ਹਾਂਜੀ, ਆਨੰਦ ਕੀ ਹੈ? ਆਨੰਦ, let me have somebody else, what is really ਆਨੰਦ though? ਮੈਨੂੰ ਹੁਣ ਆਨੰਦ ਦੀ ਡੈਫੀਨੇਸ਼ਨ ਚ ਇੱਕ ਇਸ਼ੂ ਬਹੁਤ ਵੱਡਾ ਇੱਕ ਆਏਗਾ ਕਿ ਆਨੰਦ ਦੀ ਡੈਫੀਨੇਸ਼ਨ ਕੀ ਬੰਦਾ ਦਵੇ। what is ਆਨੰਦ really? ਕਈ ਬੰਦੇ ਕਹਿਣਗੇ ਜੀ ਖੁਸ਼ੀ ਹੈ ਆਨੰਦ ਬੜੀ, ਲੇਕਿਨ ਖੁਸ਼ੀ ਵੀ ਆਨੰਦ ਨਹੀਂ ਹੈ। ਖੁਸ਼ੀ ਇੱਕ sense of happiness ਹੈ that comes for a little bit of time though, and then it goes away, then it doesn't stay away for too long. I'm going to throw this question at the audience. Can somebody pounce in and say something that you enjoy? Santokh. But enjoy, santokh is a feeling of contentment though, but anand कहीं ने क्या satisfaction या but anand in English I think the word the closest might be bliss. Yeah, but bliss AOG ki but can you, Manjeet Didi, can you have bliss though for next 100 years though continuously? I guess you have to get to that state, obviously. I know. So bliss, state of bliss agar hove theek hai, state of bliss agar hai te state of bliss agar 5 ਮਿੰਟ ਦੀ ਹੈ, 10 ਮਿੰਟ ਦੀ ਹੈ, 15 ਮਿੰਟ ਦੀ ਹੈ, ਅੱਧੇ ਘੰਟੇ ਦੀ ਹੈ, ਘੰਟੇ ਦੀ ਹੈ, 2 ਘੰਟੇ ਦੀ ਹੈ, 1 ਦਿਨ ਦੀ ਹੈ, 2 ਦਿਨ ਦੀ ਹੈ, ਲਗਾਤਾਰ ਹੈ, ਇਹ ਬੜਾ ਮੁਸ਼ਕਿਲ ਹੈ ਕਹਿਣਾ, ਰਾਈਟ? ਕਈ ਵਾਰੀ ਉਹ ਫੀਲਿੰਗ ਛਿਣ ਭਰ ਵਾਸਤੇ ਆਉਂਦੀ ਹੈ, ਆਪਣੇ ਪਰਸਨਲ ਐਕਸਪੀਰੀਐਂਸਸ ਵਿੱਚ ਕਈ ਬੰਦੇ ਸ਼ੇਅਰ ਨਹੀਂ, ਮੈਂ ਸ਼ੇਅਰ ਕਈ ਵਾਰੀ ਕਰ ਲੈਂਦਾ ਬਿਕਾਜ਼ ਆਈ ਟੀਚ। ਕਈ ਵਾਰੀ ਮੈਨੂੰ ਆਪ ਮਹਿਸੂਸ ਕੀਰਤਨ ਕਰਦਿਆਂ ਹੋਇਆ ਮੋਸਟਲੀ ਹੁੰਦਾ ਉਂਝ, ਮੈਨੂੰ ਕਦੀ ਉਂਝ ਮਹਿਸੂਸ ਨਹੀਂ ਹੋਇਆ। ਕੀਰਤਨ ਕਰਦਿਆਂ ਹੋਇਆ ਕਦੀ ਕਦਾਈ ਤੁਹਾਨੂੰ ਉਹ ਛਿਣ ਵਾਸਤੇ ਇੱਕ ਫੀਲਿੰਗ ਆਉਂਦੀ ਹੈ, ਕੋਈ ਅੰਦਰੋਂ ਕੋਈ ਛਿੜ ਜਿੰਨੇ ਅੰਦਰੋਂ ਮਨ ਛਿੜ ਜਾਂਦਾ ਬੜਾ, ਲੇਕਿਨ ਉਹ ਫੀਲਿੰਗ ਅਗਰ ਸਪਲਿਟ ਆਫ ਅ ਸੈਕਿੰਡ ਵਾਸਤੇ ਆਈ ਫਿਰ ਚਲੀ ਗਈ, ਫਿਰ ਸ਼ਾਇਦ ਨਾ ਆਏ ਦੁਬਾਰਾ। ਕਈ ਵਾਰੀ ਕੁਝ ਚੀਜ਼ ਕਰਦਿਆਂ ਉਹ ਫੀਲਿੰਗ ਆਉਂਦੀ ਹੈ, ਲੇਕਿਨ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਹੈ। ਇਹ ਇੱਥੇ ਫਰਕ ਹੈ, ਬੜਾ ਬਹੁਤ ਵੱਡਾ ਅੰਤਰ ਹੈ ਇੱਥੇ। ਤੇ ਇੱਕ ਆਥਰ ਹੋਏ, ਮੈਨੂੰ ਯਾਦ ਨਹੀਂ ਆ ਰਿਹਾ, ਕਿਤਾਬ ਪੜ੍ਹੀ, ਉਹਨੇ ਸੋਹਣਾ ਲਿਖਿਆ, ਉਹਨਾਂ ਨੇ ਕਹਿੰਦੇ ਕਿ ਅਗਰ ਲੈਟਸ ਸੇ ਕੋਈ ਸੋਚੇ ਕਿ ਮੈਨੂੰ ਯਾਰ ਸਭ ਤੋਂ ਵੱਡੀ, ਮੈਂ ਤੁਹਾਨੂੰ ਅਗਰ ਕੁਐਸਚਨ ਕਰਾਂ ਕਿ ਹੁਣ ਤੁਹਾਨੂੰ ਮੈਂ ਅਗਰ ਕੋਈ ਚੀਜ਼ ਦੇ ਦਿਆਂ ਜਿਹੜੀ ਤੁਸੀਂ ਕੋਈ ਸੋਚੀ ਵੀ ਨਹੀਂ ਸੀ ਕਦੀ ਇਹ ਮਿਲ ਜਾਏਗੀ ਮੈਨੂੰ ਚੀਜ਼, ਤੁਸੀਂ ਕਹੋਗੇ ਇਹ ਸਭ ਤੋਂ ਵੱਡੀ ਖੁਸ਼ੀ ਹੋਏਗੀ ਮੇਰੀ ਜ਼ਿੰਦਗੀ। ਫॉर ਐਗਜ਼ਾਮਪਲ ਮੈਂ ਕਹਾਂ ਕਿਸੇ ਨੂੰ ਕਿ ਤੁਸੀਂ $100 ਮਿਲੀਅਨ ਦਾ ਲਾਟੋ ਪ੍ਰਾਈਜ਼ ਜਿੱਤ ਗਏ ਹੋ ਅੱਜ, ਹਾਂਜੀ ਤੁਹਾਡਾ ਨੰਬਰ ਆ ਗਿਆ ਜੀ, ਅੱਜ ਤੁਸੀਂ ਤੁਹਾਡੇ ਬੈਂਕ ਅਕਾਊਂਟ $100 ਮਿਲੀਅਨ ਡਿਪੋਜ਼ਿਟ ਹੋ ਗਏ ਹੈ, ਹਾਂਜੀ, ਤੇ ਤੁਹਾਨੂੰ ਕਿੰਨੀ ਖੁਸ਼ੀ ਹੋਏਗੀ। ਜਾਂ ਕੋਈ ਬੰਦਾ ਬਿਮਾਰ ਹੋਵੇ ਜਾਂ ਬਹੁਤ ਚਿਰ ਤੋਂ ਡਾਕਟਰ ਜਵਾਬ ਦੇ ਦੇਣ ਜਿਹਨੂੰ, ਤੇ ਉਹਨੂੰ ਕਵੇ ਕੋਈ ਬੰਦਾ ਯਾਰ ਉਹ ਇਲਾਜ ਮਿਲ ਗਿਆ ਇਹਦਾ, ਤੂੰ ਹੁਣ ਮਰੇਗਾ ਨਹੀਂ, ਤੂੰ ਹੁਣ you'll be alive, ਉਹ ਖੁਸ਼ੀ ਲੈ ਲਓ। ਜਾਂ ਹੋਰ ਕੋਈ ਖੁਸ਼ੀ ਲੈ ਲਓ, ਕੋਈ ਯੂਨੀਵਰਸਿਟੀ ਚ ਐਡਮਿਸ਼ਨ ਕਰਾਣੀ ਸੀ ਉਹ ਮਿਲ ਗਈ, ਜਾਂ ਕੋਈ ਪਦਵੀ ਲੈਣੀ ਸੀ, ਗੁਰਦੁਆਰੇ ਦਾ ਪ੍ਰੈਜ਼ੀਡੈਂਟ ਬਣਨਾ ਸੀ, ਜਾਂ ਕਿਸੇ ਕੰਪਨੀ ਦਾ ਪ੍ਰੈਜ਼ੀਡੈਂਟ ਬਣਨਾ ਸੀ, ਜਾਂ ਕੁਝ ਹੋਰ ਹੋਣਾ ਸੀ ਉਹਦੀ ਜ਼ਿੰਦਗੀ ਵਿੱਚ, ਉਹ ਮਿਲ ਗਿਆ। ਤੇ ਕੋਈ ਤੁਸੀਂ ਸੋਚ ਲਓ ਗੱਲ ਜਿਹੜੀ ਕਿ the thing that you thought ki this is the thing that will give me the ultimate happiness to me, ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਹੋਰ, ਹਾਂਜੀ। ਜੇ ਉਹ ਖੁਸ਼ੀ ਤੁਹਾਨੂੰ ਮਿਲ ਕੇ ਬਾਅਦ ਉਸ ਖੁਸ਼ੀ ਨੂੰ ਇਨਫਿਨਿਟੀ ਨਾਲ ਮਲਟੀਪਲਾਈ ਕਰ ਦੇ ਬੰਦਾ ਨਾ, ਅਗਰ ਇਨਫਿਨਿਟੀ ਨਾਲ, ਤਾਂ ਵੀ ਉਹ ਆਨੰਦ ਨਹੀਂ ਹੈ, ਤਾਂ ਵੀ ਉਹ ਆਨੰਦ ਪ੍ਰਮਾਤਮਾ ਦੇ ਮਿਲਣ ਦਾ ਆਨੰਦ ਨਹੀਂ ਹੈ, ਉਹ ਹੋਰ ਹੈ, ਕੁਝ ਹੋਰ, ਉਸ ਤੋਂ ਵੀ ਅੱਗੇ ਕੁਝ ਹੋਰ। So I just wanted to put things in perspective here, ਹੈ ਨਾ। ਔਰ ਫਿਰ ਜੇ ਅਗਰ ਕੋਈ ਮਰ ਰਿਹਾ ਹੋਏ ਬੰਦਾ ਤੇ ਉਹਦੀ ਉਮਰ 50, 60, 40 ਸਾਲ ਦੀ ਹੋਵੇ ਤੇ ਉਹਨੂੰ ਕਵੇ ਤੇਰਾ ਇਲਾਜ, ਉਹਨੇ ਫਿਰ ਵੀ ਇੱਕ ਦਿਨ ਮਰਨਾ ਹੈ, ਹੁਣ ਨਹੀਂ ਮਰੇਗਾ ਤੇ 30 ਸਾਲ ਬਾਅਦ ਮਰੇਗਾ। It's not like he's found a permanent thing to stay here or something, ਹਾਂਜੀ। ਤੇ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਕਿਉਂਕਿ I am in the profession dealing with money, and
that's what you practice all day long, you'll be surprised that they say more than half of the people who win lottos go bankrupt in the next 20 years after the winning a lotto, and most of them go depression chale jande hain bade bande. So with that, we all know that the money also maybe short term, which hai ki I can buy this and I can buy that, but ultimately it doesn't go anywhere, you know. ਇਹ ਜਿਹੜੀ bliss ਜਿਹੜੀ ਹੈ ਆਨੰਦ ਦੀ, ਇਹ ਆਨੰਦ ਦੀ bliss ਨੂੰ describe ਕਰਨਾ ਬਹੁਤ ਮੁਸ਼ਕਿਲ ਹੈ। ਆਨੰਦ ਸਾਹਿਬ ਦੀ ਬਾਣੀ ਦਾ, ਆਨੰਦ ਸਾਹਿਬ ਦੀ ਬਾਣੀ ਜਦੋਂ ਉੱਤੇ word ਆਨੰਦ ਆਇਆ, ਰਾਮਕਲੀ ਮਹੱਲਾ ਤੀਜਾ ਆਨੰਦ हो गया आपका खाना? So I think somebody is not muted and they are talking to among themselves. ਤੁਸੀਂ mute ਕਰ ਲਓ ਆਪਣੇ ਆਪ ਨੂੰ। ਉੱਥੇ ਆਨੰਦ ਦੀ, ਉਸ ਆਨੰਦ ਦੀ ਬਾਣੀ ਵਿੱਚ, ਆਨੰਦ ਸਾਹਿਬ ਦੀ ਬਾਣੀ ਵਿੱਚ ਆਨੰਦ ਦੀ ਡਿਸਕ੍ਰਿਪਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ। ਅਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਫਿਰ ਉੱਥੇ ਆਨੰਦ ਦੀ, ਲੇਕਿਨ ਆਨੰਦ ਦੀ ਫੀਲਿੰਗ ਤੇ ਉਸ ਨੂੰ ਹੀ ਆਏਗੀ ਜਿਹਨੇ ਆਨੰਦ ਨੂੰ ਐਕਸਪੀਰੀਅੰਸ ਕੀਤਾ ਹੈ, ਜਿਹਨੇ ਉਸ ਛਿਣ ਨੂੰ ਐਕਸਪੀਰੀਅੰਸ ਕੀਤਾ ਹੈ, ਯੂ ਨੋ। ਤੇ ਕਈ ਵਾਰੀ ਭੁੱਖੇ ਨੂੰ ਰੋਟੀ ਮਿਲ ਜਾਏ ਤੇ ਉਹ ਤ੍ਰਿਪਤੀ ਆਨੰਦ ਹੈ ਬੜਾ, ਪਰ ਉਹ ਤ੍ਰਿਪਤੀ ਬਹੁਤੀ ਤੇ ਰਹਿੰਦੀ ਨਹੀਂ ਹੈ, ਘੰਟਾ 2 ਘੰਟੇ ਅੱਧਾ ਘੰਟਾ, ਉਸ ਤੋਂ ਬਾਅਦ ਫਿਰ ਉੱਥੇ ਦੇ ਉੱਥੇ ਹੀ ਹਾਲਤ ਹੈ। ਵਕੇਸ਼ਨ ਤੇ ਚਲਾ ਜਾਏ ਉਹ ਵੀ ਆਨੰਦ ਬਹੁਤਾ ਤੇ ਰਹਿੰਦਾ ਨਹੀਂ ਹੈ। ਇਹ ਆਨੰਦ ਜਿਹੜਾ ਵੈ, ਇਸ ਆਨੰਦ ਦੀ ਕੰਪੈਰੀਜ਼ਨ ਕਿਸੇ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਤੇ ਇਹ ਆਨੰਦ ਜਦੋਂ ਬਿਗਨਿੰਗ ਵਿੱਚ, ਇਹ ਆਨੰਦ ਸ਼ੁਰੂਆਤ ਜਦੋਂ ਸਪਿਰਿਚੁਅਲ ਜਰਨੀ ਦੀ ਬਿਗਨਿੰਗ ਜਦੋਂ ਹੁੰਦੀ ਹੈ, ਜਦੋਂ ਬੰਦੇ ਦੀ ਕੁਝ ਟਾਈਮ ਬਾਅਦ ਇਸ ਆਨੰਦ ਦੀ ਛਿਣ ਭਰ ਵਾਸਤੇ ਫੀਲਿੰਗ ਤੁਹਾਡੇ ਦਿਮਾਗ 'ਚ ਆਉਂਦੀ ਹੈ। ਕਦੀ ਪਿਆਰ ਨਾਲ ਜਦੋਂ ਬੰਦਾ ਬਹੁਤ ਭਿੱਜ ਜਾਏ, ਕਿਸੇ ਵੇਲੇ ਬਹੁਤ ਜ਼ਿਆਦਾ ਵੈਰਾਗ ਆ ਜਾਵੇ ਔਰ ਵੈਰਾਗ ਸੰਭਾਲਿਆ ਨਾ ਜਾਏ ਤੁਹਾਡੇ ਕੋਲ, ਉਹ ਅੰਦਰ ਹੋ ਜਾਂਦਾ ਕਈ ਵਾਰੀ ਬਿਗਨਿੰਗ, ਜਦੋਂ ਜਿਗਿਆਸੂ ਦਾ, ਜਦੋਂ ਅਭਿਆਸੀ ਦਾ, ਨਾਮ ਅਭਿਆਸੀ ਦਾ, ਜਦੋਂ ਇਨ ਦ ਬਿਗਨਿੰਗ ਸਟੇਜਸ ਵਿੱਚ ਇਹ ਵਾਲੀਆਂ ਫੀਲਿੰਗਸ ਆਣੀਆਂ ਅਨਕਾਮਨ ਨਹੀਂ ਹਨ, ਯੂ ਨੋ। ਜਿਹੜੇ ਕਰਦੇ ਹਨ ਕੋਸ਼ਿਸ਼, ਬੜੇ ਜਿਹੜੇ ਐਕਟਿਵਲੀ ਪਰਸੂ ਕਰਦੇ ਹਨ ਇਸ ਚੀਜ਼ ਨੂੰ, ਲੇਕਿਨ ਉਹ ਫੀਲਿੰਗ ਜਿਹੜੀਆਂ ਮੈਂ ਦੇਖੀਆਂ ਹਨ ਜਾਂ ਮੈਂ ਚਿੱਠੀਆਂ ਪੜ੍ਹੀਆਂ ਹਨ ਭਾਈ ਸਾਹਿਬ, ਭਾਈ ਵੀਰ ਸਿੰਘਰਾਂ ਦੀਆਂ ਵੀ, ਉਹ ਛਿਣ ਭਰ ਵਾਸਤੇ ਆਉਂਦੀਆਂ, ਯੂ ਨੋ, ਜ਼ਿਆਦਾ ਦੇਰ ਵਾਸਤੇ ਨਹੀਂ ਆਉਂਦੀਆਂ। ਲੇਕਿਨ ਜਿਨ੍ਹਾਂ ਦੀਆਂ ਜ਼ਿਆਦਾ ਦੇਰ ਵਾਸਤੇ ਆਣੀਆਂ ਸ਼ੁਰੂ ਹੋ ਜਾਂਦੀਆਂ, ਜਿਨ੍ਹਾਂ ਦੀ ਇਹ ਫੀਲਿੰਗ 5 ਮਿੰਟ ਵਾਸਤੇ, 10 ਮਿੰਟ ਵਾਸਤੇ, ਅੱਧੇ ਘੰਟੇ ਵਾਸਤੇ ਕੰਟੀਨਿਊਸਲੀ ਆਣੀ ਸ਼ੁਰੂ, ਉਹ ਬਹੁਤ ਘੱਟ ਹਨ ਬੜੇ। ਲੇਕਿਨ ਬ੍ਰਹਮ ਗਿਆਨੀ ਜਿਹੜੇ ਉਸ ਅਵਸਥਾ ਵਿੱਚ ਪਹੁੰਚਦੇ ਹਨ, ਜਿਹੜੇ ਉਹਨਾਂ ਦੀ ਅਵਸਥਾ ਹੈ ਕਿ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਸੰਧੀ ਵਿਛੇਦ ਕਰੋਗੇ ਤੇ ਪਰਮ ਆਨੰਦ ਸਭ ਤੋਂ ਵੱਡਾ ਆਨੰਦ, ਪਰਮਾਨੰਦ, ਪਰਮਾਤਮਾ ਦਾ ਆਨੰਦ, ਪਰਮ ਆਨੰਦ ਵੱਡਾ ਆਨੰਦ, ਤੇ ਘਰ ਸਦਾ ਆਨੰਦ, ਉਹਨਾਂ ਦੇ ਹਿਰਦੇ ਦੇ ਅੰਦਰ ਉਹ ਫੀਲਿੰਗ ਜਿਹੜੀ ਹੈ ਉਹ ਹਮੇਸ਼ਾ ਰਹਿੰਦੀ ਹੈ ਫੀਲਿੰਗ। ਇਹ ਹੁਣ ਤੁਸੀਂ ਮੰਨੋ ਨਾ ਮੰਨੋ, ਇਹ ਤੁਸੀਂ ਐਕਸਪੀਰੀਅੰਸ ਕਰੋ ਨਾ ਕਰੋ, ਇਹ ਤੁਹਾਡੀ ਪ੍ਰੋਬਲਮ ਹੈ, ਤੁਸੀਂ ਐਕਸਪੀਰੀਅੰਸ ਨਹੀਂ ਕੀਤੀ। ਤੇ ਜਿਹੜੇ ਕਰਦੇ ਹਨ, ਜਿਹੜੇ ਅਭਿਆਸ ਕਰਦੇ ਹਨ, ਜਿਹੜੇ ਇਸ ਪਾਸੇ ਚੱਲਦੇ ਹਨ, ਜਿਨ੍ਹਾਂ ਨੂੰ ਇਸ ਪਾਸੇ ਚੱਲਣ ਦਾ ਐਕਸਪੀਰੀਅੰਸ ਹੈ, ਉਹਨਾਂ ਨੂੰ ਕਦੀ ਕਦਾਈ ਇਹ ਫੀਲਿੰਗ ਉਹਨਾਂ ਦੇ ਮਨ 'ਚ ਆਉਂਦੀ ਹੈ, ਕਦੀ ਕਦਾਈ ਉਹ ਐਕਸਪੀਰੀਅੰਸ ਕਰਦੇ ਹਨ ਇਸ ਆਨੰਦ ਦੀ ਫੀਲਿੰਗ। ਔਰ ਇੱਕ ਬੜੀ ਅਜੀਬ ਫੀਲਿੰਗ ਹੈ ਜਿਹਦੀ ਡਿਸਕ੍ਰਿਪਸ਼ਨ ਦੇਣੀ ਬਹੁਤ ਮੁਸ਼ਕਿਲ ਹੈ। ਆਂਦੀ ਹੈ, ਝਰਨਾਹਟ ਹੁੰਦੀ ਹੈ ਅੰਦਰ, ਔਰ ਅਨਹਦ ਦਾ ਨਾਦ, ਜਿਸ ਬਾਰੇ ਵੀ ਉਸ ਜਿਹੜੇ ਆਨੰਦ ਸਾਹਿਬ ਦੀ ਬਾਣੀ, ਅਗਰ ਤੁਸੀਂ, I don't know how many people have read it who are listening to me, ਪਰ ਆਨੰਦ ਸਾਹਿਬ ਦੀ ਬਾਣੀ ਜਿਨ੍ਹਾਂ ਨੇ ਧਿਆਨ ਨਾਲ ਪੜ੍ਹੀ ਔਰ ਸਮਝੀ ਹੈ, ਜਿਨ੍ਹਾਂ ਨੇ, ਇਸੀ ਵਾਸਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਬੜੀ ਵਾਰੀ ਆਪਣੀ ਗਿਆਨ ਇੰਦਰੀਆਂ ਨੂੰ ਐਡਰੈਸ ਕਰਦੇ ਹਨ, ਬੜੀ ਵਾਰੀ ਆਨੰਦ ਸਾਹਿਬ ਦੀ ਬਾਣੀ ਵਿੱਚ, ਇਹ ਸਰਵਣੋ ਮੇਰਿਓ, ਯੂ ਨੋ। ਸੋ ਇਹ ਕਿਉਂ ਐਡਰੈਸ ਕਰਦੇ ਹਨ? ਕਿਉਂਕਿ ਟੂ ਰਿਮਾਈਂਡ ਯੋਰਸੈਲਫ ਕਿ ਇਹ ਜਿਹੜੀਆਂ ਚੀਜ਼ਾਂ, ਜਿਹੜੀਆਂ ਗਿਆਨ ਇੰਦਰੀਆਂ ਮਿਲੀਆਂ ਹੋਈਆਂ, ਜਿਹੜੀਆਂ ਅੱਖਾਂ, ਮੂੰਹ, ਕੰਨ, ਸਪਰਸ਼ ਦੀਆਂ ਚੀਜ਼ਾਂ ਜਿਹੜੀਆਂ ਮਿਲੀਆਂ ਹੋਈਆਂ ਹਨ, ਇਹ ਦਿੱਤੀਆਂ ਪ੍ਰਮਾਤਮਾ ਨੇ ਆਨੰਦ ਦੀ ਫੀਲਿੰਗ ਵਾਸਤੇ ਸਨ ਤੁਹਾਨੂੰ, ਕਿ ਤੁਹਾਡੇ ਮਨ 'ਚ ਆਨੰਦ ਆਏ। ਕੰਨ ਦਿੱਤੇ ਗਏ ਤਾਂ ਕਿਉਂਕਿ ਤੁਸੀਂ ਕੁਝ ਸੁਣ ਸਕੋ, ਕੋਈ ਉਹਦਾ ਕੁਝ ਨਾ, ਸਾਚੇ ਸੁਣਨੇ ਨੂੰ ਪਠਾਏ ਵਰਡ ਆਏ ਹਨ ਆਨੰਦ ਸਾਹਿਬ ਦੀ ਬਾਣੀ ਵਿੱਚ। ਕਿਉਂ? ਕਿਉਂਕਿ ਕੰਨ ਬੁਰਾਈ ਸੁਣਨ ਵਾਸਤੇ ਨਹੀਂ ਲਗਾਏ ਉਹਨਾਂ ਨੇ, ਹਾਂਜੀ, ਅੱਖਾਂ ਬੁਰਾ ਦੇਖਣ ਵਾਸਤੇ ਨਹੀਂ ਲਗਾਈਆਂ। ਲੇਕਿਨ ਜਦੋਂ ਅਵਸਥਾ ਬਦਲਦੀ ਹੈ ਤੇ ਫਿਰ ਅੱਖਾਂ ਬੁਰਾ ਦੇਖਦੀਆਂ ਨਹੀਂ ਹੈ। ਤੇ ਭਾਈ ਗੁਰਦਾਸ ਵਰਗੇ ਜਿਨ੍ਹਾਂ ਦੀ ਅੱਖਾਂ ਦੇਖਣੀਆਂ ਬੁਰਾ ਵੀ ਚਾਹਣ ਨਾ, ਤੇ ਉਹਨਾਂ ਨੂੰ ਦੇਖਣ ਨੂੰ ਵਰਜਦੇ ਹਨ।
ਤੇ ਇੱਕ ਮੈਨੂੰ ਯਾਦ ਆ ਗਿਆ ਹੁਣੇ ਅਚਾਨਕ ਸ਼ਬਦ ਪੜ੍ਹਦੇ ਹਾਂ ਅਸੀਂ, ਭਾਈ ਗੁਰਦਾਸ ਦਾ ਕਬਿਤ ਹੈ, ਮਇਆ ਕੀਜੇ ਮਹਾਰਾਜ, ਮੇਰੇ ਧਾਵਤ ਵਰਜ ਉਨ ਮਨ ਲਿਵ ਲਾਈਏ ਵਾਲੇ, ਉਹ ਇੱਕ ਕਬਿਤ ਹੈ ਉਹਨਾਂ ਦਾ। ਉਸ ਕਬਿਤ ਵਿੱਚ ਨਾ ਗਿਆਨ ਇੰਦਰੀਆਂ ਨੂੰ ਐਡਰੈਸ ਕਰਦੇ ਹਨ, ਇੱਕ ਗਿਆਨ ਇੰਦਰੀ ਨੂੰ ਐਡਰੈਸ ਕਰਦੇ ਹਨ, ਹੈਨੇ। ਦ੍ਰਿਗਨ ਮੈਂ ਦੇਖਣ ਚਾਹੋ ਦ੍ਰਿਗਤ ਹੋ ਦੇਖਣ, ਪਹਿਲੇ ਅੱਖਾਂ ਨੂੰ ਐਡਰੈਸ ਕਰਦੇ ਵੀ ਅੱਖਾਂ ਮੇਰੀਆਂ ਬੜੀਆਂ ਕੁਝ ਦੇਖਣੀਆਂ ਚਾਹੁੰਦੀਆਂ ਹਨ, ਮੇਰੀਆਂ ਅੱਖਾਂ ਦ੍ਰਿਗਨ ਮੈਂ ਦੇਖਣ ਚਾਹੋ, ਮੈਨੇ ਕਿ ਮੇਰੀਆਂ ਅੱਖਾਂ ਤੇ ਬੜਾ ਕੁਝ ਦੇਖ, ਪਰ ਇਹਨਾਂ ਨੂੰ ਦਿਖਾਣਾ ਹੀ ਬੰਦ ਕਰ ਦਿਓ। ਲੈ ਲਵੋ ਅੱਖਾਂ ਦੀ ਪਾਵਰ ਤੁਸੀਂ ਆਪ, ਪ੍ਰੇਮ ਰਸ ਆਪਣੀ, ਇਹ ਪ੍ਰੇਮ ਦਾ ਅੰਮ੍ਰਿਤ ਦਾ ਰਸ ਮੇਰੇ ਜ਼ੁਬਾਨ ਨੂੰ ਚੁਆਓ ਤੇ ਅੱਖਾਂ ਨੂੰ ਆਪਣੇ ਦਰਸ਼ਨ ਕਰਾਓ। ਖਾਲੀ ਇਹਨਾਂ ਅੱਖਾਂ ਨੂੰ ਸਵਾਏ ਤੁਹਾਡੇ ਦੇਖਣ ਦੀ ਕੋਈ ਇਹਨੂੰ ਐਬਿਲਿਟੀ ਲੈ ਲਓ, ਇਸ ਅੱਖ ਤੋਂ ਦੇਖਣ ਦੀ ਕੁਝ ਹੋਰ। ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ। ਫਿਰ ਕੰਨਾਂ ਨੂੰ ਐਡਰੈਸ ਕਰਦੇ ਹਨ ਕਿ ਕੰਨ ਬੜਾ ਕੁਝ ਸੁਣਨਾ ਚਾਹੁੰਦੇ ਹਨ। श्रवण हो जो सुनियो चाहे, मैंने बड़े श्रवण सुना। If somebody can pull up that kabit though while I'm talking and share it on the screen, let's talk about that. Because जे kanna दी ability चली जाएगी सुनन दी, ਕੰਨਾਂ ਨੂੰ ਐਡਰੈਸ ਕਰਕੇ ਕਹਿੰਦੇ ਨੇ ਕਿ ਮੇਰੇ ਕੰਨ ਬੜਾ ਕੁਝ ਸੁਣ ਸਕਦੇ ਹਨ, ਪਰ ਹੈ ਮੇਰੇ ਦਾਤਾ ਇਸ ਕੰਨ ਤੋਂ ਵਿੱਚੋਂ ਇਸ ਕੰਨ ਵਿੱਚੋਂ ਤੁਸੀਂ ਇਹ ਲੈ ਹੀ ਲਵੋ ਨਾ, ਤੁਸੀਂ ਮੇਰੇ ਕੰਨਾਂ ਨੂੰ ਸੁਣਨ ਦੀ ਖਮਤਾ ਹੀ ਲੈ ਲਵੋ। ਸਿਰਫ ਆਪਣੇ ਨਾਮ ਤੋਂ ਸਿਵਾਏ ਕੁਝ ਸੁਣਾਵੇ ਹੀ ਨਾ ਮੈਨੂੰ ਹੋਰ ਕੁਝ। Did somebody pull up the shlok? I can pull it up also. If they pulled out the kabit, can they share that? I think somebody already did that. Let me or read it out to me. Simi, if you pulled it out, just read it out to me. Let's talk about that kabit. It's an important kabit and it relates to what we are talking about. PG, I've yet not done it. I'm just doing it. I did the previous one that you said. So, just a minute. If somebody can read it back to me if they have it in front, so if they're not, then it's fine. I have it, Veji. Drigan mein dekhat ho, drig hu jo dekhyo chahe. दृगन में देखत हो, मैं एक एक करके दृगन में देखा हूं, दृगन हो तो देखियो चाहे। दृगन अखां नूं कहंदे हन, ਇਹ ਅੱਖਾਂ ਬਹੁਤ ਕੁਝ ਦੇਖ ਸਕਦੀਆਂ ਹਨ ਔਰ ਬਹੁਤ ਕੁਝ ਦੇਖਣ ਵਿੱਚ ਸਮਰੱਥ ਹਨ। ਅੱਖਾਂ ਹੈ, they can see everything. ਲੇਕਿਨ ਮਹਾਰਾਜ ਇਹ ਕਿਰਪਾ ਕਰੋ ਕਿ ਇਹਨਾਂ ਕੋਲੋਂ ਤੁਸੀਂ ਦਿਖਾਓ ਹੀ ਨਾ, ਬੰਦ ਹੀ ਕਰਾ ਦਿਓ ਸਭ ਕੁਝ ਦਿਖਾਣਾ, ਨਾ ਦਿਖਾਓ ਕੁਝ ਹੋਰ, ਮੈਨੂੰ ਬੰਦ ਕਰ ਦਿਓ। ਇਹਨਾਂ ਅੱਖਾਂ ਤੇ ਤੁਸੀਂ ਕਾਬੂ ਕਰ ਲਵੋ, ਤੁਸੀਂ ਇਹਨਾਂ ਅੱਖਾਂ ਨੂੰ। ਇਹ ਇੱਕ ਪੂਰਨ ਬ੍ਰਹਮ ਗਿਆਨੀ ਦੀ ਨਿਸ਼ਾਨੀਆਂ ਹੈ। ਭਾਈ ਗੁਰਦਾਸ ਉਸ ਅਵਸਥਾ ਨੂੰ ਉਹਨਾਂ ਐਕਸਪੀਰੀਅੰਸ ਕੀਤਾ ਉਹਨਾਂ ਨੇ। ਹਾਂਜੀ, ਨੈਕਸਟ ਲਾਈਨ ਕੀ ਹੈ ਵੀਰ ਜੀ? ਦ੍ਰਿਗਨ ਹੋ ਜੋ ਦੇਖਿਓ ਚਾਹੋ, परम अनूप रूप सुंदर दिखाइए। परम अनूप रूप सुंदर दिखाइए, बस और कुछ दिखाओ ही ना मैनू। नहीं जे देखना चाहण भी अखां ते बंद कर दियो, दिखा इन्हां दी ताकत ही लै लो तुसी। इन्हां को सिर्फ अपना परम रूप अनूप सुंदर दिखाइए, बस वही दिखाओ, और कुछ ना दिखाओ। और जे कुछ होर दिखाना चाहण अखां ते ना दिखण दियो, लै लवो तुसी इन्हां दी ताकत। हाँ जी, अगली लाइन वीर जी। श्रवण में सुनत जो श्रवण हूं सुनियो चाहे। श्रवण में सुनियो श्रवत हो सुनियो चाहे। ते ਕੰਨ ਬੜਾ ਕੁਝ ਸੁਣਨਾ ਚਾਹੁੰਦੇ ਹਨ, ਸੁਣ ਵੀ ਸਕਦੇ ਹਨ, ਬੜਾ ਕੁਝ ਸੁਣ ਸਕਦੇ ਹਨ ਕੰਨ ਮੇਰੇ, ਪਰ ਲਾ ਲਵੋ ਨਾ ਇਹਨਾਂ ਦੀ ਐਬਿਲਿਟੀ। ਤੁਸੀਂ ਇਹ ਐਬਿਲਿਟੀ ਇਹਨਾਂ ਤੋਂ ਲਾ ਲਵੋ ਨਾ ਸੁਣਾਓ ਹੀ ਨਾ ਕੁਝ ਹੋਰ, ਇਹਨਾਂ ਸੁਣਨ ਦਿਓ ਹੀ ਨਾ, ਭਾਵ ਖਮਤਾ ਹੀ ਕਰ ਲਵੋ ਇਹਨਾਂ ਦੀ, ਲੈ ਹੀ ਲਵੋ ਐਬਿਲਿਟੀ। ਤੁਸੀਂ ਆਪਣੇ ਕੋਲ ਰੱਖ ਲਓ ਇਹ ਵਾਲੀ ਐਬਿਲਿਟੀ। ਤੇ ਕੀ ਅਗਲੀ, ਉਸ ਤੋਂ ਅਗਲੀ ਲੈ ਸਵਨ ਸੁਣਿਓ ਚਾਹੇ। ਅਨਹਦ ਸ਼ਬਦ ਪ੍ਰਸੰਨ ਹੋਏ ਸੁਣਾਈਏ। ਅਨਹਦ ਸ਼ਬਦ ਪ੍ਰਸੰਨ ਹੋਏ ਸੁਣਾਈਏ। ਆਪਣੇ ਅਨਹਦ ਦੇ ਬਾਣੀ ਰੂਪੀ ਸ਼ਬਦ ਪ੍ਰਸੰਨ ਹੋ ਕੇ ਸੁਣਾ ਦਿਓ ਨਾ ਤੁਸੀਂ ਇੱਕ ਵਾਰੀ, ਨਾ ਦੇਖਣ ਦਿਓ ਨਾ। ਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਅੱਗੇ ਜਾ ਕੇ ਅਸ਼ਪਦੀ ਵਿੱਚ ਨੰਬਰ I think 10 ਅਸ਼ਪਦੀ ਵਿੱਚ 9th ਅਸ਼ਪਦੀ ਵਿੱਚ ਇਸੀ ਗੱਲ ਨੂੰ ਪੁਸ਼ਟੀ ਅੱਗੇ ਜਾ ਕੇ ਅਪਰਸਵਲੀ ਅਸ਼ਪਦੀ ਵਿੱਚ ਹੀ ਕਹਿਣਗੇ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਹੈ ਨਾ। ਉਹ ਉੱਥੇ ਵੀ ਵਰਡ ਇਹੀ ਆਏ ਹੈ ਨਾ, ਨਹੀਂ ਦੇਖਦੀਆਂ ਜ਼ਬਾਨ ਬੁਰਾ। ਪਰ ਇੱਥੇ ਭਾਈ ਗੁਰਦਾਸ ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ। ਇੱਥੇ ਜਿਹੜੀ ਲਾਸਟ ਵਰਡ ਇਸ ਕਬਿਤ ਸਵਈਏ ਦੇ ਹਨ, ਮਇਆ ਕੀਜੇ ਮਹਾਰਾਜ, ਮੇਰੇ ਤੇ ਕਿਰਪਾ ਕਰੋ। ਮੈਂ ਨਹੀਂ ਕਰਨ ਨੂੰ ਸਮਰੱਥ, ਮੈਂ ਨਹੀਂ ਆਪਣੀਆਂ ਅੱਖਾਂ ਨੂੰ ਰੋਕ ਸਕਦਾ, ਮੈਂ ਨਹੀਂ ਆਪਣੀਆਂ ਕੰਨਾਂ ਨੂੰ ਰੋਕ ਸਕਦਾ। ਤੁਸੀਂ ਰੋਕੋ ਨਾ, ਤੁਸੀਂ ਜੇ ਨਾਲ ਬੈਠੇ ਹੋ ਮੇਰੇ।
ਤੇ ਸ਼ਰਵਣਾਂ ਨੂੰ ਪਹਿਲੇ ਅੱਖਾਂ ਨੂੰ ਐਡਰੈਸ ਕਰਕੇ ਫਿਰ ਹੁਣ ਕੰਨਾਂ ਨੂੰ ਐਡਰੈਸ ਕੀਤਾ ਨੇ ਵੀ ਕੰਨਾਂ ਦੀ ਐਬਿਲਿਟੀ ਲਾ ਲਓ ਤੁਸੀਂ ਮੇਰੀ, ਸਿਰਫ ਅਨਹਦ ਸ਼ਬਦ ਪ੍ਰਸੰਨ ਹੋਏ ਸੁਣਾਈਏ, ਇਹ ਐਬਿਲਿਟੀ ਦੇ ਦਿਓ ਕੰਨਾਂ ਨੂੰ। ਹਾਂਜੀ ਵੀ ਜੀ ਥਰਡ ਲਾਈਨ ਦੀ, रसना मैं रटत ज्यों रसना हूँ रसे चाहे। रसना में रटत जो रसना हूं रसे चाहे। जबान च एबिलिटी है बहुत कुछ रटन दी, जबान च एबिलिटी है बहुत कुछ बोलन दी, पर हे मेरे गुरु, हे मेरे दयालु प्रभु, मेरे ते कृपा करो ते ਇਹ ਵੀ एबिलिटी मेरी जबान तो लै लवो। सवाए प्रेम रस अमृत चुआए के चखाइए। इसनू सिर्फ चुआए के चखाइए मने चस्का, जिसा चुआए के मतलब एक एक बुरकी जदों खावे, चुआए के मतलब चस्का लै के, स्वाद लै के इस जुबान नू अपने नाम दी गुरबाणी दा रस चुआ के चखा के जुबान नू दे उत्ते पा दियो मेरे। पर मैं नहीं कर सकता, तुसी करोगे। तुसी भाई गुरदास, इसी वास्ते भाई गुरदास जी दी बाणी गुरु ग्रंथ साहिब महाराज की कुंजी मन्नी गई है, क्योंकि कुंजी इस वास्ते मन्नी गई है कि ये वर मिलिया इस बाणी नू कि जेड़ा इस बाणी नू नहीं पढ़ेगा, जेड़ा इस बाणी दे दर्शन नहीं करेगा, वो गुरु ग्रंथ साहिब महाराज दे दर्शन नहीं कर सकता। वो गुरु ग्रंथ साहिब महाराज दी बाणी दे दर्शन होने मुश्किल हैं उसनू, क्योंकि इस बाणी विच गुरु ग्रंथ साहिब महाराज दी बाणी खुलदी है ते गुरु दे असली मन दे दर्शन होंदे हैं। पहले दृगन में देखत हो, फिर श्रवण में सुनत जो, रसना में रटत जो। तीन ज्ञान इंद्रियां नू एड्रेस करके ये गल समझाते हैं कि इन्हां विच क्षमता जरूर होएगी कुछ करन दी। हे मेरे गुरु दयालु प्रभु, तुसी इन्हां तिन्नां विचों ये एबिलिटी लै लवो वापस, ये लैके ते इन्हां नू अपने प्रेम रस दी ते अनहद शब्द दी ते परम रूप अनूप दी एबिलिटी इन्हां ज्ञान इंद्रियां नू दे दियो। ते अगे जाके अरदास, लास्ट शब्द विच अरदास है, लाइस है कि मन में बसो मल मया कीजे महाराज। मल लेना किसी चीज का मतलब कहना कि मेरी होगी है, ये चीज इस मैं याद है छोटे होंदे ट्रेन ते सफर करते सी ते कहंदे ओ सीटा मल लो, जाके मल लो तुहाडियां हो गईयां, मतलब ये मल लो जगह, कहंदे नहीं मल लिती जगह, ये मैंने मेरी है, दिस इज नॉट योर्स एनीमोर। ते इथे अरदास करते हैं कि तुसी मेरे मन नू मल लवो, तुसी मेरी थॉट प्रोसेस नू मन लवो, तुसी मल लवो, तुसी ला लवो ना इदी जगह। मन में बसो मल मया, मन मेरे मन नू मल लवो, तुसी मेरे मन नू अपना कर लवो, मेरे मन दे उत्ते अपना काबू कर लवो। जे मेरी अखां कोई देखना भी चाहन ते ना देखण दियो उन्हां नू, जे मेरे कान ना सुनना चाहन ना सुनन दियो उन्हां नू, जे मेरी रसना कुछ बोलना चाहे ना बोलन दियो उस। मन में बसो मल मया, मया मतलब मेरे ते कृपा करो, तुसी मेरे ते, मैं नहीं करन नू, मेरे ते तरस खाओ, तुसी मैं नहीं करन नू समर्थ। मया कीजे महाराज तावत वर्ज उन मन लिव लाइए। जेड़ा तावत वर्ज मने वॉन्डरिंग माइंड लिखिया है इत्थे थले, तावत है मतलब जेड़ा हमेशा दौड़न वाला मन है, जेड़ा एक जगह ठहरन वाला मन नहीं, एक जगह ठहरदा नहीं है मन। ते बरज ने कई इत्थे तावत वर्ज, कई बारी कई ऑथर्स ने बर्ज मने कठोर भी लिखिया है, बट डजंट मैटर दो। एक ते दौड़न वाला है, फिर दूसरा बहुत दया करने वाला नहीं है। भुखा भी अगों आ जाए ते रोटी खवाने दा मन नहीं करदा इसनू। कोई तकलीफ विच होवे ते दा आप अनलेस अपने परिवार दा होवे कोई बंदा ते दूसरे ते दया करन च दी हिम्मत नहीं पैंदी इदी। उन मन लिव लाइए, इसनू अपने विच हमेशा वास्ते लगवा लवो। उन मन बार बार इनग्रोस कर लवो इसनू, दूर दूर टाइम विच बड़े देर वास्ते इसनू अपने नाल लगा लो। ये अरदास भाई गुरदास जी दी, वो भी ब्रह्म ज्ञानी सन, वेद व्यास हैं। देखो उन्हां दे कबित सवीए विच कितना वड्डा ज्ञान इस कबित सवीए विच उन्होंने परमात्मा दा दिता है, और किस तरह अरदास करते हैं परमात्मा अगे, क्योंकि इन्हां नू पता है कि जे ज्ञान इंद्रियां मेरियां जिहड़ियां मिलियां हैं मैनू, ये आनंद लैण वास्ते मिलियां। अखां दी ज्ञान इंद्रियां जिहड़ियां हैं, कन्नां दी ते ज़बान दी ज्ञान इंद्रियां जिहड़ियां हैं, ये सारियां ज्ञान इंद्रियां परमात्मा ने दित्तियां हैं। ये दित्तियां तां हैं जे तुहानू परमात्मा दा प्यार तुहाडे झोली च पवे।
Jasmine, I think I'm done with that. We can unshare the screen now. That's fine. I'm done. So and let me stop here for a second though. Let me finish the 2 lines, then we'll take a break though. Ki Brahmgyani sukh sahaj niwas, Nanak Brahmgyani ka nahi binas. ਤੇ obviously ਜਿਹੜਾ ਬੰਦਾ ਹੁਣ ਇਸ bliss ਦੀ stage ਵਿੱਚ exist ਕਰੇਗਾ ਤੇ ਉਹ ਤੇ ਸੁਖ ਸਹਿਜ ਅਵਸਥਾ ਤੇ ਮਿਲਣੀ ਹੈ ਉਸਨੂੰ, you know, ਉਹ ਤੇ ਫਿਰ ਉਹਨੂੰ ਤੇ ਫਿਰ ਤਤੀਆਂ ਤਵੇ ਤੇ ਬਿਠਾ ਦਿਓ ਜਾਂ ਚੱਕੜੀਆਂ ਤੇ ਚੜਾ ਦਿਓ ਜਾਂ ਫਿਰ ਕੁਝ ਵੀ ਕਰ ਲਓ, ਉਹਦੇ ਤੇ ਮਨ 'ਚ ਕੁਝ ਨਹੀਂ ਹੋਣ ਵਾਲਾ। ਉਹ ਤੇ ਵੱਡੇ ਕੱਲੂ ਘਾਰੇ ਵਿੱਚੋਂ ਨਿਕਲ ਜਾਏਗਾ, ਛੋਟੇ ਕੱਲੂ ਘਾਰੇ ਵਿੱਚੋਂ ਨਿਕਲ ਜਾਏਗਾ ਤੇ ਅਗਲੇ 2-3 ਹਫ਼ਤਿਆਂ ਵਿੱਚ ਜਦੋਂ ਗੰਗਸਰ ਜੈਤੋ ਦੇ ਸ਼ਹੀਦ ਜਿਹੜੇ ਗੁਰੂ ਕੇ ਬਾਗ ਦੇ ਸ਼ਹੀਦਾਂ ਦੀ ਕਥਾ ਸੁਣੋਗੇ ਤੇ ਉਹਨਾਂ ਸ਼ਹੀਦੀਆਂ ਦੀ ਇਹ ਤੇ ਚਲੋ ਉਹ 400 ਸਾਲ ਪਹਿਲੇ ਹੋਈਆਂ ਤੇ ਇਹ ਤੇ 100 ਸਾਲ ਵੀ ਨਹੀਂ ਹੋਏ ਹਲੇ। 100 years ago ਦੀਆਂ ਪਹਿਲੀਆਂ ਗੱਲਾਂ, 100 ਸਾਲ ਪੁਰਾਣੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਾਂਗਾ ਤੇ ਉਹਨਾਂ ਗੰਗਸਰ ਦੇ ਜਾਂ ਸ਼ਹੀਦਾਂ ਦੇ ਬਾਰੇ ਜਾਂ ਨਾਨਕਸਰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਬਾਰੇ ਗੱਲ ਜਦੋਂ ਕਰਾਂਗੇ ਅਸੀਂ ਤੇ ਉਹਨਾਂ ਦੇ ਵਿੱਚ ਵੀ ਤੇ ਸੁਖ ਸਹਿਜ ਨਿਵਾਸ ਹੋਣਾ, ਤਾਂ ਹੀ ਉਹ ਅਵਸਥਾ ਬਣੀ ਹੈ ਨਾ ਉਹਨਾਂ ਦੇ ਅੰਦਰ। ਤੇ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਇੱਥੇ ਬਿਨਾਸ਼ ਬਨੇ ਡੈਥ ਨਹੀਂ ਹੈ, ਇੱਥੇ ਬਿਨਾਸ਼ ਬਨੇ ਯਾਦ ਹੈ, ਇੱਥੇ ਬਿਨਾਸ਼ ਬਨੇ ਉਹਨਾਂ ਨੂੰ ਕੋਈ ਭੁੱਲਦਾ ਨਹੀਂ ਹੈ। ਭਾਈ ਗੁਰਦਾਸ ਨੂੰ ਕੌਣ ਭੁਲਾ ਪਾਇਆ? ਕਦੀ ਉਹਨਾਂ ਦਾ ਨਾਂ ਜਾਏਗਾ ਦੁਨੀਆ ਚੋਂ? ਜਦ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਹੈਣ ਤਦ ਤੱਕ ਭਾਈ ਨੰਦ ਲਾਲ ਤੇ ਭਾਈ ਗੁਰਦਾਸ ਤੇ ਬਾਣੀ ਦੇ ਨਾਲ ਰਹਿਣਗੇ ਨਾ। ਕੌਣ ਬਿਨਾਸ਼, ਕਿਸ ਤਰ੍ਹਾਂ ਬਿਨਾਸ਼ ਹੋਇਆ ਉਹਨਾਂ ਦਾ? ਤੇ ਪੁੱਛੋ ਉਸ ਵੇਲੇ ਜਿਹੜੇ ਐਮਪਰਰ ਸਨ ਜਾਂ ਉਸ ਵੇਲੇ ਕੋਈ ਵੱਡੇ ਕੋਈ ਅਮੀਰ ਬੰਦੇ ਸਨ ਉਹਨਾਂ ਦੇ ਟਾਈਮ, ਉਹਨਾਂ ਕੋਈ ਨਾਂ ਕਿਸੇ ਨੂੰ ਯਾਦ ਰਿਹਾ ਕਿਸੇ ਦਾ? ਅੱਜ ਤੋਂ 30 ਸਾਲ ਪਹਿਲੇ ਜਿਹੜੇ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਸਨ ਜਾਂ ਬੜੇ ਅਮੀਰ ਗਿਣੇ ਜਾਂਦੇ ਸਨ, ਕੋਈ ਯਾਦ ਰੱਖਦਾ ਉਹਨਾਂ ਨੂੰ? ਕੋਈ ਨਾ, ਕੋਈ ਨਹੀਂ ਯਾਦ ਰੱਖ ਸਕਦਾ ਉਹਨਾਂ ਨੂੰ ਨਾਂ। ਹਾਂਜੀ। So I want to take a stop here and answer any questions, give my voice a little break and talk about the kabit also that we discussed. And we sing this often, avala kabit jada hai assi sikhya hoya hai, you know, raag air pairo vich, you know, beginners class nu sikhana vi hai। So ਜਿਹੜੇ ਹੈਣ ਬਣੇ ਕਿ ਇਹ ਕਬਿਤ ਪੁਰਾਤਨ ਰਾਗੀ ਬਹੁਤ ਗਾਇਆ ਕਰਦੇ ਸਨ ਇਸ ਕਬਿਤ ਨੂੰ ਅਰਦਾਸ ਰੂਪ ਵਿੱਚ, ਤੇ ਬਹੁਤ ਰੀਤਾਂ ਇਸ ਕਬਿਤ ਤੇ ਹਨ ਜਿਹੜੀਆਂ ਪੁਰਾਤਨ ਰਾਗੀ ਇਸ ਕਬਿਤ ਨੂੰ ਗਾਇਆ ਕਰਦੇ ਸਨ, you know। So I'll stop for a second and see if anybody has any questions though। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ। ਮੈਂ ਇੱਕ ਕੁਐਸਚਨ ਪੁੱਛਣਾ ਸੀ ਕਿ ਤੁਸੀਂ ਭਾਈ ਗੁਰਦਾਸ ਜੀ ਦੀਆਂ 12 ਬਾਰੇ ਕਹਿ ਰਹੇ ਸੀ ਕਿ ਜਦ ਤੱਕ ਉਹਦੇ ਦਰਸ਼ਨ ਨਹੀਂ ਹੋਣਗੇ ਅਸੀਂ ਗੁਰੂ ਸਾਹਿਬਾਂ ਦੇ ਮਨੋਪ੍ਰੀਤੀ ਦਾ ਅੰਦਾਜ਼ਾ ਨਹੀਂ ਲਗਾ ਸਕਾਂਗੇ। ਸੋ ਤੁਸੀਂ ਹਾਊ ਡੂ ਯੂ ਰეკਮੈਂਡ ਰੀਡਿੰਗ ਇਟ? ਲਾਈਕ read ਭਾਈ ਗੁਰਦਾਸ ਜੀ ਦੀਆਂ 12 on its own, read in conjunction with Guru Granth Sahib? Is there any sequence or recommendation? So there are 2 portions of his writing ji. Let me share that with you. There are 2 portions of his writing. One portion, as you correctly pointed out, Didi, is ਵਾਰਾਂ ਉਹਨਾਂ ਦੀਆਂ। ਹਾਂਜੀ। ਵਾਰਾਂ ਜਿਹੜੀਆਂ ਹਨ ਉਹ ਪੰਜਾਬੀ ਵਿੱਚ ਹਨ ਸਾਰੀਆਂ। ਲੈਂਗੁਏਜ ਜਿਹੜੀ ਹੈ ਪੰਜਾਬੀ ਯੂਜ਼ ਕੀਤੀ ਉਹਨਾਂ ਨੇ। ਹਾਂਜੀ। ਦੂਸਰਾ ਇਕੁਅਲੀ ਇੰਪੋਰਟੈਂਟ ਉਹਨਾਂ ਦਾ ਦੂਸਰਾ ਜਿਹੜਾ ਗ੍ਰੰਥ ਜਿਹੜਾ ਹੈ ਉਹ ਕਬਿਤ ਸਵਈਏ ਹਨ ਉਹਨਾਂ ਦਾ, ਜਿਹੜਾ ਮੈਂ ਸ਼ੇਅਰ ਕੀਤਾ ਹੁਣ ਤੁਹਾਡੇ ਨਾਲ ਜਿਹੜਾ। ਤੇ ਇਹ ਕਬਿਤ ਸਵਈਏ ਜਿਹੜੇ ਹਨ ਇਹ ਬ੍ਰਜ ਵਿੱਚ ਹਨ। ਸੋ ਇੱਕ ਵਿੱਚ ਪੰਜਾਬੀ ਹੈ, ਇੱਕ ਵਿੱਚ ਬ੍ਰਜ ਹੈ। ਸੋ ਬੜੇ ਤਰੀਕੇ ਹਨ ਪੜ੍ਹਨ ਦੇ ਦੀਦੀ। ਇੱਕ ਤੇ ਹੈ ਕਿ ਤੁਸੀਂ ਇੱਕ ਵਾਰਾਂ ਦੀ ਤੇ ਕਬਿਤ ਸਵਈਏ ਦੀ ਕਿਸੇ ਦੀ ਅੱਛੀ ਟ੍ਰਾਂਸਲੇਸ਼ਨ ਜਾਂ ਐਨੋਟੇਸ਼ਨ ਲਿਖੀ ਹੋਈ ਲਵੋ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਅੱਛੀ ਲਿਖੀ ਹੋਈ ਹੈ। ਬੜੇ ਹੋਰ ਆਥਰਸ ਨੇ ਉਹਨਾਂ ਦੀਆਂ ਵਾਰਾਂ ਨੂੰ ਤੇ ਕਬਿਤ ਸਵਈਏ ਨੂੰ ਟ੍ਰਾਂਸਲੇਟ ਕੀਤਾ ਹੈ ਪੰਜਾਬੀ ਵਿੱਚ, ਲੇਕਿਨ ਉਹ ਸਬਜੈਕਟ ਵਾਈਜ਼ ਨਹੀਂ ਹਨ। ਸੋ ਦੇ ਉਹ ਸੀਰੀਜ਼ ਹੈ ਪੂਰੀ, ਮਤਲਬ ਉਹ ਚੱਲੇਗੀ ਫਰਮ ਕਬਿਤ ਵਿਲ ਸਟਾਰਟ ਫਰਮ the very first kabit and they go as the kabit favors one. So ਤੁਸੀਂ ਹੁਣ for example if you want to just talk about what he has talked about on this subject, on that subject or something like that, that is a little difficult to do, but it's still not impossible. ਜੋ ਬੜੀਆਂ resources ਦੀਆਂ available ਹਨ। ਇੱਕ ਭਾਈ ਜੋਤ ਸਿੰਘਰਾਂ ਨੇ book ਲਿਖੀ ਹੋਈ ਹੈ, ਬੜੀ important book ਹੈ। I think I might could have discussed this when I discussed the ਵਿਆਖਿਆ ਪ੍ਰਣਾਲੀਆਂ। ਉਸ book ਦਾ ਨਾਮ ਹੈ ਕਿ ਸਿੱਖੀ ਕੀ ਹੈ। I think that's the name of the book. I could Sikh ਕੀ ਹੈ ਜਾਂ ਸਿੱਖੀ ਕੀ ਹੈ? Let me, if somebody can Google that name while I'm talking. ਭਾਈ ਜੋਤ ਸਿੰਘਰਾਂ ਦੀ book ਹੈ ਲਿਖੀ ਹੋਈ, white color ਹੈ ਉਹਦਾ ਉੱਪਰਲਾ cover ਉਹਦਾ।
ਤੇ ਕੋਈ ਬਹੁਤ ਮੋਟੀ book ਨਹੀਂ ਹੈ, it's about maybe 100 pages or so. I think if what I remember the name is Sikhi Ki Hai, you know. ਤੇ ਉਹਦੇ ਵਿੱਚ ਉਹਨਾਂ ਨੇ ਸਬਜੈਕਟ ਵਾਈਜ਼ ਭਾਈ ਸਾਹਿਬ ਜੀ ਦੇ ਜਾਂ ਵਾਰਾਂ ਵਿੱਚ ਉਹਨਾਂ ਨੇ ਸਬਜੈਕਟ ਵਾਈਜ਼ ਲੈ ਕੇ ਅਰੇਂਜ ਕੀਤੀਆਂ ਹਨ ਵਾਰਾਂ ਤੇ ਉਸ ਚੈਪਟਰ ਲਿਖੇ ਹਨ। ਫॉर एग्जांपल ਨਿਮਰਤਾ ਕੀ ਹੈ, ਨਾਮ ਅਭਿਆਸ ਕੀ ਹੈ, ਸੇਵਾ ਕੀ ਹੈ, you know, ਗੁਰੂ ਕੀ ਹੈ, ਸੰਗਤ ਕੀ ਹੈ, ਦਰਸ਼ਨ ਕੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਸਬਜੈਕਟ ਵਾਈਜ਼ ਲਗਾਏ ਹਨ ਭਾਈ ਸਾਹਿਬ ਜੀ ਦੀਆਂ ਵਾਰਾਂ ਦੇ। तो भाई साहब जी दी एक कॉन्सेप्ट लाके भाई साहब जी did somebody find out कि ना की ये बुक हाँ जी वीर जी, सिखी की है। हाँ जी, सिखी की है और यो नाम हैगा। हाँ जी। So that is a very very important book. In fact, next time Bavraj, when you order those books, you can add that book also in your list though. It's an excellent book to read. I read it long time ago. मैं हाले भी कई बारी रेफर करदा हुंदा इस बुक ਨੂੰ। एडवांटेज उत्थे ਇਹ ਹੈ ਕਿ ਇਸ ਬੁੱਕ ਵਿੱਚ ਭਾਈ ਸਾਹਿਬ ਜੀ discusses ਦੀਆਂ ਵਾਰਾਂ ਭਾਈ ਗੁਰਦਾਸ ਜੀ ਦੀਆਂ more in a subject wise index as opposed to going through each var, you know. The other good book that I will suggest though is ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਜਿਹੜੀਆਂ ਕਬਿਤ ਜਿਹੜੀਆਂ translation ਉਹਨਾਂ ਦੀਆਂ ਹਨ ਜਾਂ ਜਿਹੜੀਆਂ ਉਹਨਾਂ ਦੀ annotation ਲਿਖੀ ਹੋਈ ਹੈ ਔਰ ਵਾਰਾਂ ਦੀ, I strongly suggest that. ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਦੀਦੀ ਪੂਰਾ ਪੜਨ ਦਾ, ਤੁਸੀਂ ਜਿੰਨੀਆਂ ਵੀ ਪੜੋਗੇ ਤੁਹਾਨੂੰ ਬੜਾ ਆਨੰਦ ਆਏਗਾ ਔਰ ਤੁਹਾਨੂੰ ਸਿੱਖੀ ਬਾਰੇ, ਤੁਹਾਨੂੰ ਗੁਰੂਆਂ ਦੀ ਆਤਮਾ ਦੇ ਦਰਸ਼ਨ ਕਰਾਣਗੇ ਤੁਹਾਨੂੰ ਭਾਈ ਗੁਰਦਾਸ। ਉਹਨਾਂ ਦੀਆਂ ਇੱਕ ਇੱਕ ਵਾਰ ਲਿਖੀ ਹੋਈ ਬੜੀਆਂ ਪਾਵਰਫੁਲ ਹਨ, ਬਹੁਤ ਪਾਵਰਫੁਲ ਹਨ ਕਬਿਤ ਸਵਈਏ ਤੇ ਕਬਿਤ ਸਵਈਏ ਦੀ ਡਿਫਰੈਂਸ ਕੀ ਹੈ ਦੋਨਾਂ ਵਿੱਚੋਂ। ਲੈਟ ਮੀ ਆਲਸੋ ਪੁਆਇੰਟ ਦੈਟ ਆਊਟ ਅਦਰ ਦੈਨ ਦ ਲੈਂਗੁਏਜ ਡਿਫਰੈਂਸ। ਕਬਿਤ ਸਵਈਏ ਵਿੱਚ ਇੱਕ ਤੇ ਬ੍ਰਜ ਹੈ ਲੈਂਗੁਏਜ ਤੇ ਦੂਸਰੀ ਵਿੱਚ ਨਾ ਕਬਿਤ ਸਵਈਏ ਦੇ what I like a lot though ਕਿ ਬੜੀਆਂ ਐਗਜ਼ਾਮਪਲ ਦਿੰਦੇ ਹਨ ਕਬਿਤ ਸਵਈਏ। ਪਹਿਲੇ ਬੜੀਆਂ ਐਗਜ਼ਾਮਪਲ ਦੇਣਗੇ, ਜੈਸੇ ਕਹਿਣਗੇ, ਜੈਸੇ 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 ਜੈਸੇ, ਫਿਰ ਲਾਸਟ ਆ ਕੇ ਗੱਲ ਆਪਣੀ ਛੇੜਨਗੇ, you know. ਸੋ ਉਹਦੇ ਵਿੱਚ ਬੜੀਆਂ ਪ੍ਰੈਕਟੀਕਲ ਐਗਜ਼ਾਮਪਲ ਦੇ ਕੇ ਗੁਰਮਤ ਦੇ ਕਨਸੈਪਟ ਛੇੜਨਗੇ ਬੜੀ ਜਗ੍ਹਾ। ਸੋ ਜੈਸੇ ਖੰਡ ਖੰਡ ਕਰ ਦਿਆ ਹੈ, ਜੈਸੇ ਜਿਸ ਤਰ੍ਹਾਂ ਹੈ ਬਈ ਮੂੰਹ ਚ ਖੰਡ ਪਾਣ ਨਾਲ ਕੋਈ ਮੂੰਹ ਚ ਕੋਈ ਬੰਦਾ ਖੰਡ 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 ਕਹੀ ਜਾਵੇ, ਮਿੱਠਾ 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 ਕਹੀ ਜਾਵੇ, ਜਦ ਤੱਕ ਪਾਏ ਨਾ ਮੂੰਹ ਚ ਮਿੱਠਾ ਤੇ ਮਿੱਠਾ ਮਹਿਸੂਸ ਨਹੀਂ ਕਰਦੀ। ਤੇ ਬੰਦਾ ਕਹੀ ਜਾਏ ਸੀਤ 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 ਸੀਤ, ਠੰਡ ਲੱਗੀ ਹੈ ਬੜੀ, ਤੇ ਅੱਗ ਦੇ ਨੇੜੇ ਨਾ ਜਾਏ ਤੇ ਕਿੱਥੋਂ ਦੀ ਠੰਡ ਦੂਰ ਹੋਏਗੀ। ਉਸੇ ਤਰ੍ਹਾਂ ਐਗਜ਼ਾਮਪਲ ਦੇ ਕੇ ਫਿਰ ਗੁਰੂ ਮਹਾਰਾਜ ਦੀ ਫਿਰ ਜਿਹੜੇ ਅਸਲੀ ਜਿਹੜੇ ਕਨਸੈਪਟ ਉਹਨਾਂ ਬਾਰੇ ਡਿਸਕਸ ਕਰਦੇ ਹਨ। ਸੋ ਬੜੇ ਤਰੀਕੇ ਹਨ ਪੜ੍ਹਨ ਦੇ ਦੀਦੀ, ਤੁਹਾਡੇ ਕੋਲ ਟਾਈਮ ਚਾਹੀਦਾ ਹੈ ਖਾਲੀ, ਔਰ ਇੱਕ ਅਰਦਾਸ ਕਰੋ ਕਿ ਮੇਰੇ ਅੰਦਰ ਇਹ ਇੱਛਾ ਪੈਦਾ ਹੋਵੇ ਕਿ ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿਤ ਸਵਈਏ ਬੇਸ਼ੱਕ ਸਾਰੇ ਨਾ ਪੜ੍ਹ ਸਕੋ। I realize that because that would take a long time to do. Maybe you can read a selected few, you know, start off from there and get some knowledge from there. That also will be very helpful. Sure. Thank you, Virji. No problem. And I think if I'm not wrong, I could be wrong on this one, but somebody had told me ki recently, last 5 years, ki 10 years, which somebody has published an index, subject-wide index also of Bhai Sahib's work. I will look into it though. Somebody remind me. I will look into. I might have a subject-wise index. लेकिन मैंने किसी ने किया कि किसी यूनिवर्सिटी ने छापी है हुन subject-wide index. So you can look it up. For example, Nimrata di utte, and you can look it up. Where has it discussed which wars and which kabit saviyas? Virji, its index is there. I can see 23 topics are there. Prem hai, and then Saat Sangat hai, Gurmukh hai. Yeah. नहीं ਉਹ ਤੇ ਸਿੱਖੀ ਕੀ ਵਿੱਚ ਹੈ ਨਾ, ਤੇ ਜੇ ਅਗਰ ਉਸ ਕਿਤਾਬ ਤੋਂ ਬਿਯੋਂਡ ਜਾਣਾ ਹੈ ਤੁਹਾਨੂੰ ਅਗਰ, then there is another index available. This is an excellent book by Jyot Singh Ori, a very accomplished, you know, Sant Gyani, you know, everything. Anybody in the group has read this book? I want to share with me. किसने पढ़ी होवे? It's a really a masterpiece है ਉਹਨਾਂ ਦਾ ਭਾਈ ਜੋਤ ਸਿੰਘ ਹੋਰਾਂ ਦਾ, ਔਰ ਬਹੁਤ ਮਿਹਨਤ ਕਰਕੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਇੱਕ ਜਗ੍ਹਾ ਲਿਖੀਆਂ ਹਨ ਸਾਰੀਆਂ। If somebody has read it, that's great. If you have not read it, I would strongly encourage ਕਿ ਤੁਸੀਂ ਪੜੋ ਜ਼ਰੂਰ। ਹਾਂਜੀ। Anybody else has any questions though on the Kabit Savaiya or on this particular pada of Sukhmani that we just read? ਵੀਰ ਜੀ ਇੱਕ ਵਾਰੀ ਜ਼ਰਾ ਜਿਹਾ ਸਮਝਾ ਦਿਓ। ब्रह्म ज्ञानी के मन
Paramanand. Just that concept. Man ਇਹ Paramanand. ਸਮਝਾਉਣ ਦੀ ਗੱਲ ਨਹੀਂ ਹੈ ਇੱਥੇ ਮਨ ਪਰਮ ਉਹਦੇ ਮਨ ਵਿੱਚ ਹਮੇਸ਼ਾ ਆਨੰਦ ਹੈ ਉਹਦੇ ਪਰਮਾਨੰਦ ਮਨੇ ਪਰਮ ਆਨੰਦ ਹੈ ਵੱਡਾ ਆਨੰਦ ਹੈ ਉਹਨਾਂ ਦੇ ਮਨ ਦੇ ਅੰਦਰ ਹੁਣੇ ਗੂੰਗੇ ਕੀ ਮਠਿਆਈ ਹੈ ਨਾ ਹੁਣੇ ਮਤਲਬ ਕਿ ਹੁਣੇ ਕੀ ਕਰੇ ਬੰਦਾ ਹੁਣ ਕੋਈ ਕਵੇ ਕਿ ਜੇ ਬੜੀ ਮਿੱਠੀ ਹੈ ਚੀਜ਼ ਤੁਸੀਂ ਖਾਧੀ ਨਹੀਂ ਲੇਕਿਨ ਮੈਂ ਦੱਸਾਂ ਉਹਦੇ ਵਰਗਾ ਕੋਈ ਸਵਾਦ ਨਹੀਂ ਹੈ ਕਿਸੇ ਚੀਜ਼ ਦਾ ਉਹ ਬੰਦਾ ਕਹੇਗਾ ਕਿੰਨੀ ਮਿੱਠੀ ਹੈ ਯਾਰ ਕਿੰਨੀ ਸਵਾਦ ਹੈ ਬਸ ਹੁਣ ਖਾਏਗਾ ਤੇ ਪਤਾ ਲੱਗੇਗਾ ਸੋ Vijay, I had a quick question on Aham Buddh Tyagat. So just can you expand a little bit? Ang Buddh matlab ankar wali buddhi, you know, the brain that teaches you home wali birti, you know. Somebody's phone, this Age's iPhone, jehda likhya hoya the is not have the is muted. Let me see if I can mute it. Yeah, now it's muted now. The awaaz aa rahi si uthon. So that's why when I don't see people's faces, we don't know what in the background. Are they talking to somebody else? Are they talking to listening to this thing? So unless I see the face, then you know for sure that somebody is listening. Otherwise, sometimes the phone gets unmuted, other conversations going on. So you don't know. But it be common. It became very. This is I'm used to that also. You know, I'm used to that in the class also. कई बारी बंदे ये बड़ा मुश्किल है concentrate करना. It's amazing though what's amazing about the human brain though is पानी बड़ी बारी आया जिक्र किसी दी निंदिया में शुरू कर देना होने अगर कोई टॉपिक ला लवा कोई जूसी टॉपिक ला लवा कोई you know किसी दी gossip वाला ते मैं 5 घंटे बोलदा रहा ना 5 घंटे ਤੁਹਾਡਾ ਧਿਆਨ ਇੱਧਰ ਉੱਧਰ ਨਹੀਂ ਹੋਏਗਾ. In fact when the topic ends you will say ਹਲੇ ਬਸ ਨਹੀਂ ਹੋਈ ਥੋੜੇ ਹੋਰ ਕਰੋ ਇਹਦੇ ਉੱਤੇ you know ਇਹ politics ਦੀ ਗੱਲ ਹਲੇ ਖਤਮ ਨਹੀਂ ਹੋਈ ਹਲੇ ਕੰਟੀਨਿਊ ਕਰੋ ਵੀਰ ਜੀ ਹਲੇ ਬਸ ਨਹੀਂ ਹਲੇ ਮਨ ਭਰਿਆ ਨਹੀਂ ਮੇਰਾ ਹਲੇ ਪਰ ਗੁਰਬਾਣੀ ਬਾਰੇ ਬੋਲੋ ਅਗਰ 10 ਮਿੰਟ 15 ਮਿੰਟ 20 ਮਿੰਟ ਤੇ ਬਸ ਉੱਥੇ 15 ਮਿੰਟ ਬਾਅਦ ਬੰਦਾ ਕਹਿੰਦਾ ਯਾਰ ਹੁਣ ਕਦਨ ਲੰਗਰ ਦਾ ਟਾਈਮ ਹੋਵੇ ਇਹ ਕੀਰਤਨ ਕਦਨ ਖਤਮ ਹੋ ਰਿਹਾ you know and some of us and including myself I've done that once sometimes is some people like ਅਰਦਾਸ ਵਾਸਤੇ ਵੇਟ ਨਹੀਂ ਕਰਦੇ ਉਹ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋਏ ਤੇ ਰਨ ਆਊਟ ਕੀ ਕਿਧਰੇ ਯਾਰ ਉਹ ਲੰਗਰ ਚ ਦਾ ਟਾਈਮ ਲੱਗ ਜਾਏਗਾ you know lot of people will go and there will be a long line in the front there's nothing you can do about it. It's just human tendency hai bada mushkil hai and that is the reason jodi katha vachak bhi kai meri gurdware katha karan aande hain main bangla sahab bhi dekhya hai notice ਕੀਤੀ hai ਗੱਲ ਉਹ ਵਿਚਾਰੇ ਵੀ ਉਹ ਕਹਿੰਦੇ ਨੇ ਅਸੀਂ ਕੀ ਕਰੀਏ ਉਹ ਦੇਖੋ ਕਿ ਅਗਰ 1 ਘੰਟੇ ਦੇ ਕਥੇ ਦਾ ਟਾਈਮ ਹੈ ਤੇ 45 minutes they'll talk about something else last 15 minutes ਹੋਣਗੇ ਗੁਰਬਾਣੀ ਤੇ ਫੋਕਸ ਜਾਂ 20 ਮਿੰਟ ਹੋਣਗੇ. You know, it's just difficult to focus your mind this side. Both mushkil hai. I don't know why. Don't tell me. Don't ask me. But I guess apni surat nu uche uthaan vaste badi himmat chahidi hai. Badi you know jisnu jave Paramatma you know. So any other questions though? Any other issues or questions though? I have few more minutes left. Agar kisi nu koi question hove te. Anji. Vijay, I just wanted to say ਅਗਰ ਤੁਸੀਂ ਜੋ ਬ੍ਰਹਮ ਗਿਆਨੀ ਹੋਣਗੇ ਉਹ ਉਹਨਾਂ ਦੇ ਕੈਰੈਕਟਰਿਸਟਿਕਸ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੋਏਗਾ ਬ੍ਰਹਮ ਗਿਆਨੀ ਨੇ but he will not put a status like I'm a Brahm Gyani or no, they would never do that. They would never do that because they realize though ki Naveen, remember the last discussion that we had in the Guru Nanak Chamatkar class? Bhai Sahib talks about the same philosophy ਦਾ ਰੱਬ ਕਿਹੜਾ ਹੈ ਤੇ ਮਜ਼ਹਬ ਦਾ ਰੱਬ ਕਿਹੜਾ ਹੈ ਚੈਪਟਰ ਆਇਆ ਸੀ ਪਿਛਲੇ ਹਫਤੇ ਹੀ ਆਇਆ ਮੇਰੇ ਕੋਲ ਚੈਪਟਰ ਹੈ ਵਾਲਾ ਸੋ ਉਹਦੇ ਵਿੱਚ ਹੀ ਉਹ ਵੀ ਡਿਸਕਸ ਕੀਤਾ ਕਿ ਜਿਨ੍ਹਾਂ ਨੂੰ ਉਹ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ as more deeper you go into this subject matter Naveen Didi the more you realize that you are nobody, you are nothing. The more you realize that there is so much more there though that you really don't know anything at all. ਇਸ ਵਾਸਤੇ ਬ੍ਰਹਮ ਗਿਆਨੀ ਹੋਣ ਜਿਹੜੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਨੀਚ ਅਖਵਾਇਆ ਹੈ Now since you started that topic, maybe not this week, it's already 9:55. I don't have the kabit in front of me though. ਇੱਕ ਭਾਈ ਸਾਹਿਬ ਦਾ ਕਬਿਤ ਹੈ ਜਿਹੜਾ ਅਸੀਂ ਕੀਰਤਨ ਕਰਦੇ ਹਾਂ. Sudhi, if you have in front of you, you can maybe share it with that and then they can look it up before they come to the next class. Ki Tosona Nath.
I don't know whether people have read that kabit or not. If you really read that kabit though, it will bring tears to your eyes instantly. Bhai Sahab da kabit hai. If anybody can find that kabit, Toso na nath, ਉੱਥੇ ਜਿਸ ਲਿਖਿਆ ਤੋਸੋ ਮੋਸੋ ਨਾ ਭਿਖਾਰੀ, can somebody, ਹਾਂਜੀ ਮਿਲ ਗਿਆ ਸਮਝ ਜੀ ਤੁਹਾਨੂੰ? ਤੋਸੋ ਨਾ ਨਾਥ ਅਨਾਥ ਨਾ ਮੋਸਰ, ਅਨਾਥ ਨਾ ਮੋਸਰ। yeah, ਤੁਸੀਂ ਅਗਰ if you can take a picture ਦੀ ਸਮਝ ਜੀ, ਤੁਸੀਂ ਪਾ ਦੇਣਾ ਉਹਦੇ ਤੇ WhatsApp ਤੇ oh, somebody's already put that in here. Well, I have 15 minutes, so let's talk about this for a second. मैं अगले हफ्ते करना सी, कोई गल नहीं करांगे अगली ब्रह्म ज्ञानी दी अष्टपदी। दरविंदी दी तुसी देखोगे इस श्लोक विच तुसी जो तुसी मैनू क्वेश्चन पूछया ना भाई गुरदास दे आंसर दिता है, इन्हां दे मन च एग्जैक्टली ऑपोजिट फीलिंग हुंदी है जो तुसी कह रहे हो ना, जिहड़ी फीलिंग instead of feeling themselves कि ਅਸੀਂ ਉੱਚੀਆਂ ਜਾਂ ਸਾਨੂੰ ਕੁਝ ਮਿਲ ਗਿਆ ਹੈ, ਇਹਨਾਂ ਨੂੰ ਐਗਜ਼ੈਕਟਲੀ ਫੀਲਿੰਗ ਆਪੋਜ਼ਿਟ ਆਂਦੀ ਹੈ ਕਿ ਹਾਲੇ ਕੁਝ ਨਹੀਂ ਮਿਲਿਆ ਹਾਲੇ। and it's, what is the time? 9:57. okay, we have 10 minutes. ਤੋਸੋ ਨਾ ਨਾਥ ਅਨਾਥ ਦਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਨਾਥ ਕਹਿੰਦੇ ਹਨ ਮਾਲਕ ਨੂੰ, ਕੋਈ ਕਿਸੇ ਅਨਾਥ ਜਿਹਦਾ ਕੋਈ ਨਾ ਹੋਵੇ ਤੇ ਨਾਥ ਜਿਹਦਾ ਕੋਈ ਮਾਲਕ ਹੋਵੇ ਉਹ ਨਾਥ ਹੈ। ਤੇ ਤੇਰੇ ਵਰਗਾ ਕੋਈ ਮਾਲਕ ਨਹੀਂ ਹੈ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਹੈ, ਕੋਈ ਮੇਰਾ ਤੇ ਕੋਈ ਵੀ ਨਹੀਂ ਤੈਨੂੰ ਛੋੜ ਕੇ। ਔਰ ਇਹਦਾ ਕੀਰਤਨ ਵੀ ਅਸੀਂ ਕਰਦੇ ਹਾਂ, ਇਹਦਾ ਵੀ ਸਿੱਖਿਆ ਹੋਇਆ। ਕਈ ਵਾਰੀ ਸ਼ਬਦ ਗਾਇਆ ਨਹੀਂ ਜਾਂਦਾ, ਇਤਨਾ ਇਮੋਸ਼ਨਲ ਹੈ ਵਾਲਾ। ਤੋਸੋ ਨਾ ਨਾਥ, ਨਹੀਂ ਹੈ ਤੇਰੇ ਵਰਗਾ ਨਾਥ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ, ਮੇਰੇ ਵਰਗਾ ਕੋਈ ਅਨਾਥ ਨਹੀਂ। ਤੇ ਤੋਸੋ ਨਾ ਦਾਨੀ, ਤੇਰੇ ਵਰਗਾ ਕੋਈ ਦਾਨੀ ਨਹੀਂ ਹੈ ਕੋਈ ਹੋਰ, ਤੂੰ ਦੇਣ ਵਾਲਾ ਹੈ ਸਭ ਕੁਝ। ਤੇ ਜਿਤਨਾ ਵੱਡਾ ਤੂੰ ਦਾਨੀ ਹੈ ਉਤਨਾ ਹੀ ਵੱਡਾ ਮੈਂ ਭਿਖਾਰੀ ਹਾਂ। ਮੈਂ ਤੇਰੇ ਅੱਗੇ ਭੀਖ ਦਾ ਕਟੋਰਾ ਲੈ ਕੇ ਰੋਜ਼ ਖੜਾ ਹੋ ਜਾਂਦਾ ਸਾਹਮਣੇ, ਕਦੀ ਇਹ ਦਿਓ, ਕਦੀ ਉਹ ਦਿਓ, ਕਦੀ ਇਹ ਮੇਰੀ ਝੋਲੀ ਚ ਪਾ ਦਿਓ, ਕਦੀ ਉਹ ਮੇਰੀ ਝੋਲੀ ਚ ਪਾ ਦਿਓ। ਪਰ ਇੱਥੇ ਦੁਨਿਆਵੀ ਚੀਜ਼ਾਂ ਨੂੰ ਨਹੀਂ ਮੰਗ ਕਰਦੇ ਪਏ ਭਾਈ ਗੁਰਦਾਸ। ਨਹੀਂ ਹੈ ਤੇਰੇ ਵਰਗਾ ਨਾਥ ਕੋਈ ਤੇ ਨਹੀਂ ਹੈ ਮੇਰੇ ਵਰਗਾ ਕੋਈ ਅਨਾਥ। ਦੇਖੋ ਆਪਣੀ ਕਿਤਨਾ ਨੀਵਾਂ ਗਿਣਦੇ ਨੇ ਆਪਣੇ ਆਪ ਨੂੰ। ਤੇ ਇੱਕ ਨਿਮਰਤਾ ਦੀ ਇੱਕ ਕਸਵੱਟੀ ਖੜੀ ਕੀਤੀ ਹੈ ਗੁਰੂ ਨਾਨਕ ਦੇ ਘਰ ਦੀ। ਇੱਕ ਨਿਮਰਤਾ ਦੀ ਇੱਕ ਜਿਵੇਂ ਕੋਈ ਤੋਲਦਾ ਹੈ ਨਾ ਨਿਮਰਤਾ ਨੂੰ ਤੋਲਿਆ ਨਾਨਕ ਦੇ ਘਰ ਦੀ ਨਿਮਰਤਾ ਕੀ ਹੈ? ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੇ ਤੋਸੋ ਨਾ ਦਾਨੀ, ਤੇਰੇ ਵਰਗਾ ਕੋਈ ਦਾਨੀ ਨਾ ਮੋਸੋ ਭਿਖਾਰੀ। ਜਿਤਨਾ ਵੱਡਾ ਤੂੰ ਦਾਨੀ ਹੈ ਉਤਨਾ ਵੱਡਾ ਮੈਂ ਭਿਖਾਰੀ ਹੈ, ਕੁਛ ਨਹੀਂ ਹੈ ਮੇਰੇ ਕੋਲ। ਤੇ ਮੋਸੋ ਨਾ ਦੀਨ ਤੇ ਦਇਆਲ ਨਾ ਤੋਸਰ। ਦੀਨ ਕਹਿੰਦੇ ਹਨ ਗਰੀਬ ਨੂੰ, ਜਿਹਦੇ ਕੋਲ ਕੁਛ ਨਾ ਹੋਵੇ ਉਹ ਦੀਨ ਹੈ। ਤੇ ਦੀਨ ਵਰਡ ਬੜੀ ਵਾਰੀ ਆਇਆ ਹੈ, ਤੇ ਦੀਨ ਵਾਰੀ ਕਈ ਵਾਰੀ ਦੀਨ ਅਰਬੀ ਵਾਲਾ ਵਰਡ ਵੀ ਆਇਆ ਹੈ। ਦੀਨ ਦਾ ਮਤਲਬ ਰਿਲੀਜਨ ਵੀ ਹੈ, ਉਹ ਵੀ ਹੈ, ਜਿਸ ਦੀਨ-ਏ ਇਸਲਾਮ। ਪਰ ਇੱਥੇ ਦੀਨ ਦਾ ਮਤਲਬ ਨੀਵਾਂ, ਦੀਨ ਦਾ ਮਤਲਬ ਗਰੀਬ, ਦੀਨ ਦਾ ਕੁਛ ਨਾ ਹੋਵੇ। ਮੋਸੋ ਨਾ ਦੀਨ, ਮੇਰੇ ਵਰਗਾ ਕੋਈ ਗਰੀਬ ਨਹੀਂ ਹੈ। ਤੇ ਜਿਤਨਾ ਵੱਡਾ ਮੈਂ ਦੀਨ, ਜਿਤਨਾ ਵੱਡਾ ਮੈਂ ਗਰੀਬ ਹਾਂ, ਉਤਨਾ ਹੀ ਤੂੰ ਵੱਡਾ ਦਇਆਲੂ ਹੈ। ਦਇਆਲ ਨਾ ਤੋਸਰ, ਜਿਤਨਾ ਵੱਡਾ ਮੈਂ ਦੀਨ ਆ ਤੂੰ ਉਤਨਾ ਵੱਡਾ ਦਇਆਲੂ, ਕਿਉਂਕਿ ਇਸ ਗਰੀਬ ਦੀ ਝੋਲੀ ਵਿੱਚ ਸਾਰਾ ਕੁਝ ਪਾਉਣ ਵਾਲਾ ਤੂੰ ਹੈ। ਤੇ ਅਗਲੀ ਲਾਈਨ ਤੇ ਮੇਰੇ ਕੋਲ ਪੜ੍ਹੀ ਨਹੀਂ ਜਾਂਦੀ, ਕਿਉਂਕਿ ਆਪਣੇ ਆਪ ਨੂੰ ਭਾਈ ਗੁਰਦਾਸ ਹੋ ਮਰਜ਼ੀ ਚ ਕੁਝ ਗਿਣਾ ਲੈਣ, ਪਰ ਇੱਕ ਗੱਲ ਨਹੀਂ ਸਨ, ਉਹ ਅਗਿਆਨੀ ਤੇ ਬਿਲਕੁਲ ਨਹੀਂ ਸਨ। ਹੋਰ ਕੁਝ ਵੇਦ ਵਿਆਸ ਹਨ ਗੁਰੂ ਘਰ ਦੇ, ਇਤਨੇ ਪੜ੍ਹੇ ਲਿਖੇ, ਇਤਨੇ ਵੱਡੇ ਸਕਾਲਰ ਸਨ, ਆਪਣੇ ਆਪ ਨੂੰ ਕੀ ਲਿਖਦੇ ਹਨ? ਮੋਸੋ ਅਗਿਆਨੀ ਨਾ ਤੋਸੋ ਵਿਚਾਰੀ। ਤੇ ਜਿਤਨਾ ਵੱਡਾ, ਮੇਰੇ ਤੋਂ ਵੱਡਾ ਕੋਈ ਅਗਿਆਨੀ ਨਹੀਂ ਹੈ। ਮੇਰੀ ਜ਼ਬਾਨ ਕੰਬਦੀ ਹੈ ਕਹਿੰਦੇ ਆ ਕਿ ਆਪਣੇ ਆਪ ਨੂੰ ਅਗਿਆਨੀ ਅਖਵਾਇਆ। I don't know why is my voice is echoing now, but ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ। ਜਿਤਨਾ ਵੱਡਾ ਮੈਂ ਅਗਿਆਨੀ ਹਾਂ, ਜਿਤਨਾ ਵੱਡਾ ਮੈਂ ਅਨਪੜ੍ਹ ਹਾਂ, ਮੈਂ ਵੱਡਾ। ਆਪਣੇ ਆਪ ਨੂੰ ਅਨਪੜ੍ਹ ਕਹਿੰਦੇ ਹਨ ਇੱਥੇ ਭਾਈ ਗੁਰਦਾਸ। ਤੇ ਸਾਡੇ ਵਰਗੇ ਬੰਦੇ, ਮੇਰੇ ਵਰਗੇ ਬੰਦੇ 4 ਕਿਤਾਬਾਂ ਪੜ੍ਹ ਲੈਣ
या गुरु नानक चमत्कार पढ़ने ते अपने आप ਨੂੰ ਸਮਝਦੇ ਹਨ ਕਿ ਮੇਰੇ ਵਰਗਾ ਕੋਈ ਬੰਦਾ ਨਹੀਂ ਹੈ ਜਿਹਨੇ ਸਭ ਕੁਝ ਪੜਿਆ ਹੋਇਆ ਸਾਰਾ ਕੁਝ ਮੇਰੇ ਵਰਗਾ ਕੋਈ ਗਿਆਨੀ ਨਹੀਂ ਹੈ ਇੱਥੇ ਭਾਈ ਗੁਰਦਾਸ ਦੀ ਨਿਮਰਤਾ ਦੇ ਦਰਸ਼ਨ ਕਰੋ ਤੁਸੀਂ ਮੋਸੋ ਨਾ ਦੀਲ ਦਿਆਲ ਨਾ ਤੋਸਰ ਮੋਸੋ ਅਗਿਆਨੀ ਨਾ ਤੋਸੋ ਵਿਚਾਰੀ ਜਿਤਨਾ ਵੱਡਾ ਮੈਂ ਅਗਿਆਨੀ ਹਾਂ ਤੁਸੀਂ ਉਤਨੇ ਵੱਡੇ ਵਿਚਾਰੀ ਹੋ ਤੁਸੀਂ ਉਤਨੇ ਵੱਡੇ ਗਿਆਨੀ ਹੋ ਤੁਸੀਂ ਉਤਨੇ ਵੱਡੇ ਵਿਚਾਰ ਤੁਸੀਂ उतने बड़े बिचारी हो पढ़े लिखे हो ते मोसो ना पतित मेरे वर्गा कोई पापी है ही नहीं दुनिया च कोई होर मेरी कंपैरिजन ते पापियां नाल हो ही नहीं सकती मैं सब तो बड़ा पतित हूं हर मामले तो पतित हां मोसो ना पतित ना पावन तो सर ते तेरे वर्गा कोई होर पवित्र नहीं है कोई होर जितना वड्डा मैं पापी हां तुहाडा पते I hope Nirvin Didi you got your answer कि ब्रह्म ज्ञानी भी उन्होंने उस एक्सपीरियंस ਨੂੰ ਕਰਕੇ ਵੀ ਆਪਣੇ ਆਪ ਨੂੰ ਨਿਵਾ ਗਣਵਾਇਆ ਹੈ उन्होंने उस एक्सपीरियंस ਨੂੰ ਛੋ ਕੇ ਵੀ ਆਪਣੇ ਆਪ ਨੂੰ ਕੱਖ ਨਹੀਂ ਜਣਵਾਇਆ ਮੋਸੋ ਨਾ ਪਤਿਤ ਮੇਰੇ ਵਰਗਾ ਕੋਈ ਹੋਰ ਪਤਿਤ ਨਹੀਂ ਹੈ ਮੇਰੇ ਵਰਗਾ ਕੋਈ ਹੋਰ ਪਾਪੀ ਨਹੀਂ ਹੈ ਨਾ ਪਾਵਨ ਤੋਸਰ ਤੇ ਤੇਰੇ ਵਰਗਾ ਕੋਈ ਹੋਰ ਪਵਿੱਤਰ ਨਹੀਂ ਹੈ ਕੋਈ ਹੋਰ ਪੂਰੇ ਸ਼ਬਦ ਵਿੱਚ ਇੱਕ डायकोटमी क्रिएट की थी है तोसो ना नाथ अनाथ ना मोसर तोसो ना दानी ना मोसो भिखारी मोसो ना दीन दयाल ना तोसर मोसो अज्ञानी ना तोसो बिचारी मोसो ना पतित ना पावन तोसर ते मोसो भिकारी ना तोसो उपकारी ते भिकारी कहते हैं विकार वाले जिन्हों काम क्रोध लोभ मोह अहंकार चमड़े होण जिसनों 24 आवर्स ਜਿਹੜਾ ਵਾਈਸਸ ਵਿੱਚ ਰਹਿੰਦਾ ਹੋਵੇ ਉਹ ਬਿਕਾਰੀ ਹੈ ਜਿਹੜਾ 24 ਘੰਟੇ ਦੂਸਰਿਆਂ ਦੇ ਮਾਲ ਤੇ ਇੱਜ਼ਤ ਤੇ ਰੱਖਦਾ ਹੋਵੇ ਅੱਖ ਆਪਣੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਤੇ ਮੋਸੋ ਬਿਕਾਰੀ ਨਾ ਤੋਸੋ ਉਪਕਾਰੀ ਨਾ ਮੇਰੇ ਵਰਗਾ ਕੋਈ ਬਿਕਾਰੀ ਹੈ ਤੇ ਨਾ ਤੇਰੇ ਵੱਡਾ ਕੋਈ ਵੱਡਾ ਉਪਕਾਰੀ ਹੈ ਤੇਰੇ ਵੱਡਾ ਉਪਕਾਰੀ ਜਿਹਨੂੰ ਉਪਕਾਰੀ ਹੁੰਦਾ ਜਿਹੜਾ ਉਪਕਾਰ ਕਰਨ ਵਾਲਾ ਜਿਹੜੇ ਦੂਸਰਿਆਂ ਦੀ ਮਦਦ ਕਰਦਾ ਹੈ तेरे वर्गा कोई वड्डा उपकारी नहीं ते मेरे वर्गा कोई बिकारी नहीं है मेरे है अवगुण तू गुण सागर ते मैं ते अवगुण दे नन्ने नू मुक्ता रखिया ने मेरे विच ते सारे अवगुण है मैं ते अवगुणां नाल भरिया होया हां जितनी खराब क्वालिटीज हो सकती हैं वो मेरे विच पाईयां होईयां तुसी मैं मेरे विच हैन मेरे है अवगुण ਇਹ ਸਾਰੇ ਅਵਗੁਣ ਮੇਰੇ ਹਨ ਮੈਂ ਅਵਗੁਣ ਨਾਲ ਭਰਿਆ ਹੋਇਆ ਹਾਂ ਪਰ ਤੂੰ ਗੁਣ ਸਾਗਰ ਹੈ ਤੂੰ ਗੁਣਾਂ ਦਾ ਸਾਗਰ ਹੈ ਤੂੰ ਸਮੁੰਦਰ ਹੈ ਗੁਣਾਂ ਦਾ ਤੇ ਜੇ ਜਾਤ ਰਸਾਤਲ ਤੇ ਜੇ ਮੈਨੂੰ ਰਸਾਤਲ ਵਰਡ ਪ੍ਰਾਤਨਿਕ ਵਰਡ ਯੂਜ਼ ਕਰਦੇ ਸਨ ਹੈਲ ਕਹਿ ਲੋ ਜਾਂ ਨਰਕ ਕਹਿ ਲੋ ਜਾਂ ਬੁਰੀ ਜਗ੍ਹਾ ਕਹਿ ਲੋ ਤੇ ਜੇ ਮੈਂ ਉੱਥੇ ਵੀ ਤੂੰ ਮੈਨੂੰ ਭੇਜ ਦੇਗਾ ਨਾ ਅਗਰ ਕਿਉਂਕਿ ਮੇਰੇ ਕੋਲ ਨਹੀਂ ਹੈ ਗੁਣ ਅੱਗੇ ਜਾਣ ਵਾਸਤੇ ਤਾਂ ਵੀ ਓਟ ਤਿਹਾਰੀ ਹੈ ਤਾਂ ਵੀ ਤੇਰੇ ਆਸਰੇ ਨਾਲ ਜਾਵਾਂਗਾ ਉੱਥੇ ਤਾਂ ਵੀ ਘਬਰਾਵਾਂਗਾ ਨਹੀਂ ਮੈਂ ਕਿਉਂਕਿ ਇਤਨਾ ਬੁਰਾ ਹੁੰਦਿਆਂ ਹੋਏ ਵੀ ਓਟ ਤਿਹਾਰੀ ਹੈ ਤੁਹਾਡੀ ਓਟ ਹੈ ਮੇਰੇ ਕੋਲ ਆਈ ਹੋਪ ਮੈਂ ਵੀ ਗੁਰੂ ਕੋਲੇ ਮੈਂ ਸੋਚਿਆ ਨਹੀਂ ਸੀ ਕਰਾਂਗਾ ਅਚਾਨਕ ਮੇਰੇ ਮਨ 'ਚ ਖਿਆਲ ਆਇਆ ਤੇ ਬ੍ਰਹਮ ਗਿਆਨੀ ਦੀ ਅਸ਼ਵਦੀ ਵਿੱਚ ਤੁਸੀਂ ਬ੍ਰਹਮ ਗਿਆਨੀ ਦੇ ਆਪ ਦਰਸ਼ਨ ਕੀਤੇ ਹਨ ਇੱਥੇ ਇਸ ਕਬਿਤ ਵਿੱਚ ਮਹਾਰਾਜ ਦੀ ਦੇਖੋ ਭਾਈ ਗੁਰਦਾਸ ਜੀ ਦੀ ਇੱਕ ਅਲੱਗ ਲੈਵਲ ਦੀ ਨਿਮਰਤਾ ਦੇ ਦਰਸ਼ਨ ਤੁਹਾਨੂੰ ਹੁੰਦੇ ਹਨ ਇਸ ਕਬਿਤ ਵਿੱਚੋਂ ਇਹ ਨਾਨਕ ਦੇ ਘਰ ਦੀ ਨਿਮਰਤਾ ਹੈ ਤੇ ਚੌਥੜੀ ਲਾਮ ਵਿੱਚ ਨਾ ਹਰ ਚੌਥੜੀ ਲਾਮ ਮਨ ਸਹਿਜ ਪਿਆ ਵਰਡ ਆਏ ਬਿਲਾਪ ਦੀ ਲਾਮ ਹੈ ਤੇ ਅਗਰ ਧਿਆਨ ਨਾਲ ਉਸ ਲਾਮ ਨੂੰ ਪੜੋ ਨਾ ਅਗਰ ਉਸ ਲਾਮ ਨੂੰ ਚੌਥੜੀ ਲਾਮ ਨੂੰ ਤੇ ਲਾਮ ਦੀ ਚੌਥੜੀ ਲਾਮ ਵਿੱਚ ਜਿੱਥੇ ਮਿਲਾਪ ਹੋਣ ਦੇ ਨਾਲ ਵੀ ਵਜੀ ਵਧਾਈ ਹੈ ਉੱਥੇ ਤਾਂ ਵੀ ਵਧਾਈਆਂ ਹਨ ਉੱਥੇ ਤਾਂ ਵੀ ਵਜਦੀਆਂ ਹਨ ਮਿਲਾਪ ਹੋਣ ਦੇ ਨਾਲ ਇਹ ਨਹੀਂ ਕਿ ਮੇਰਾ ਮਿਲਾਪ ਹੋ ਗਿਆ ਤੇ ਮੇਰਾ ਕੰਮ ਹੋ ਗਿਆ ਅੱਗੇ ਫਿਰ ਵੀ ਨਿਮਰਤਾ ਹੈ ਉੱਥੇ ਫਿਰ ਵੀ ਅਰਦਾਸ ਹੈ ਤੇ ਇਹ ਬ੍ਰਹਮ ਗਿਆਨੀ ਵਾਲੀ ਅਵਸਥਾ ਵਿੱਚ ਪਹੁੰਚ ਕੇ ਵੀ ਨਰਵਿੰਦ ਦੀਦੀ ਇੱਥੇ ਵੀ ਪਹੁੰਚ ਕੇ ਇੱਕ ਬੜੇ ਉੱਚ ਕੋਟੀ ਦੇ ਜਿਗਿਆਸੂ ਦੀ ਆਪਣੇ ਮਨ ਦੀ ਹਾਲਤ ਦੱਸੀ ਹੈ ਉਹਨਾਂ ਨੇ ਔਰ ਅਸੀਂ ਇਸ ਕਬਿਤ ਦਾ ਵੀ ਕੀਰਤਨ ਕਰਦੇ ਹਾਂ ਪੁਰਾਤਨ ਰਾਗੀ ਬੜੀਆਂ ਇਹਨਾਂ ਕਬਿਤ ਸਵਈਆਂ ਦੀਆਂ ਅੱਜ ਕੱਲ ਹੁਣ ਗੁਰਪਾੜੀ ਗੁਰਦਾਸ ਦੀਆਂ ਕਬਿਤ ਸਵਈ ਦੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਹੁਣ ਘਟ ਗਿਆ ਹੈ ਗੁਰਦੁਆਰਿਆਂ ਵਿੱਚ ਆਈ ਡੋਨਟ ਨੋ ਤੁਹਾਡੇ ਗੁਰਦੁਆਰਿਆਂ ਵਿੱਚ
ਤੁਸੀਂ ਆਮ ਇਹਨਾਂ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਉਹਨਾਂ ਦੀਆਂ ਵਾਰਾਂ ਦਾ ਕੀਰਤਨ ਹੁੰਦਾ ਹੈ, ਮਿੱਟੀ ਧੁੰਦ ਜਗ ਚਾਨਣ ਹੋਇਆ, ਤੇ ਲੇਕਿਨ ਆਮ ਤੌਰ ਤੇ ਉਹਨਾਂ ਦੀ ਕਬਿਤ ਸਵਈਏ ਦਾ ਕੀਰਤਨ ਜਿਹੜਾ ਵੇ ਅੱਜ ਕੱਲ ਗੁਰਦੁਆਰਿਆਂ ਵਿੱਚ ਰਾਗੀ ਸਿੰਘ ਘੱਟ ਕਰਦੇ ਹਨ। ਪ੍ਰਾਤਨ ਰਾਗੀ ਬਹੁਤ ਕਰਦੇ ਸਨ ਇਹਨਾਂ ਦਾ। ਭਾਈ ਨੰਦ ਲਾਲ ਜੀ ਦੀਆਂ ਉਹਨਾਂ ਦੀਆਂ ਲਿਖਤਾਂ ਵਿੱਚੋਂ, ਭਾਈ ਗੁਰਦਾਸ ਦੀਆਂ ਲਿਖਤਾਂ ਵਿੱਚੋਂ ਕੀਰਤਨ ਜਿਹੜਾ ਵੈ ਆਮ ਰਾਗੀ ਸਿੰਘ, ਪੁਰਾਤਨ ਰਾਗੀ ਭਾਈ ਭਾਈ ਧਰਮ ਸਿੰਘ ਜ਼ਖਮੀ ਹੋਰੀ, ਉਹ ਉਹਨਾਂ ਦੀਆਂ ਰੀਤਾਂ ਬਹੁਤ ਹਨ। ਭਾਈ ਨੰਦ ਲਾਲ ਜੀ ਦੀ ਬਾਣੀ ਦੇ ਉੱਤੇ ਤੇ ਭਾਈ ਗੁਰਦਾਸ ਜੀ ਦੇ ਉੱਤੇ ਭਾਈ ਸੰਤਾ ਸਿੰਘ ਹੋਰੀ ਦੀਆਂ ਉਹ ਬਹੁਤ ਗਾਉਂਦੇ ਸਨ ਇਹਨਾਂ ਨੂੰ। ਤੇ ਅਸੀਂ ਸਿੱਖੀਆਂ ਬੜੀਆਂ, ਅਸੀਂ ਗਾਈਆਂ ਹੋਈਆਂ, ਬੜੀਆਂ ਸਿੱਖੀਆਂ ਹੋਈਆਂ। ਤੇ ਬਿਗਨਰਸ ਕਲਾਸ ਵਿੱਚ, ਅਗਲੀ ਕਲਾਸ ਵਿੱਚ ਭਾਈ ਗੁਰਦਾਸ ਜੀ ਦੀ ਕਬਿਤ ਸਵਈਏ ਦੇ ਉੱਤੇ ਅਸੀਂ ਕੀਰਤਨ ਸਿੱਖਣਾ ਹੈ ਨੈਕਸਟ। ਸੋ ਤੁਹਾਨੂੰ ਸਾਖਿਆਤ ਬ੍ਰਹਮ ਗਿਆਨੀ ਦੇ ਦਰਸ਼ਨ ਇਹਨਾਂ ਕਬਿਤ ਸਵਈਆਂ ਵਿੱਚ ਹੁੰਦੇ ਹਨ, ਔਰ ਇੱਕ ਅੰਦਾਜ਼ਾ ਲੱਗਦਾ ਹੈ ਉਹਨਾਂ ਦੀ ਮਨ ਦੀ ਹਾਲਤ ਦਾ। ਹਾਂਜੀ, any questions though? I'm going to end the class now. Hey, thank you very much, Vijay. Thank you so much. Yeah. Anyone you want to say something about it? Hanji. Yeah. We were able to pull out one of the books of the Vara, Yeah. Who is this writer? The naam das diyo tusi. Writer is Pandit Narayan Singh Gyani. Gyani Pandit Narayan Singh ne bhi bahut puratan writer hain, bade I was just viewing it ke ਉਹਦੇ ਅੰਦਰ ਵੀ ਉਹਨਾਂ ਨੇ topic by topic index ਕੀਤਾ ਹੋਇਆ ਹੈ, and then you can go to the particular war. ਤੁਸੀਂ ਜ਼ਰੂਰ ਲਵੋ। So ਤਿੱਖੀ ਕੀ ਹੈ is good, ਇਹ ਵੀ topic by topic ਹੈ। ਬਸ ਸਭ ਤੋਂ ਇੰਪੋਰਟੈਂਟ ਹੈ ਕਿ ਆਪਣੇ ਆਪ ਨੂੰ constantly remind ਕਰਨਾ, because class ਖਤਮ ਹੋਣ ਤੋਂ 1 ਘੰਟੇ ਬਾਅਦ ਤੁਹਾਡੀ ਮਨ ਦੀ ਹਾਲਤ different ਹੋ ਜਾਏਗੀ। ਪਰ ਇਹ ਜਿਹੜੀ ਫੀਲਿੰਗ ਹੁਣ ਜਿਹੜੀ ਹੋ ਰਹੀ ਹੈ, ਇਸ ਫੀਲਿੰਗ ਨੂੰ ਕੰਟੀਨਿਊਅਸਲੀ ਮਨ ਦੇ ਅੰਦਰ ਰੱਖਣਾ, ਇਹ ਬਹੁਤ ਵੱਡਾ ਚੈਲੰਜ ਹੈ, ਬਹੁਤ ਵੱਡਾ ਚੈਲੰਜ ਹੈ, ਬਹੁਤ ਵੱਡਾ, ਛੋਟਾ ਮੋਟਾ ਚੈਲੰਜ ਨਹੀਂ ਹੈ। ਕਿਉਂਕਿ ਉਹ ਫੀਲਿੰਗ ਜਿਹੜੀ ਹੈ ਉਹਦੀ ਰਿਡਿਊਸ ਹੋ ਜਾਂਦੀ ਹੈ, ਜਿਹੜੀ ਹੁਣ ਭਗਤੀ ਦੀ ਭਾਵਨਾ ਬੜੀ ਹੋਈ ਹੈ ਜਿਹੜੀ। ਬਟ ਆਈ ਹੋਪ ਐਵਰੀਬਡੀ ਗਾਟ ਅ ਟੇਸਟ ਆਫ ਵਾਟ ਗੁਰੂ ਨਾਨਕ ਦੀ ਘਰ ਦੀ ਨਿਮਰਤਾ ਦੇ ਦਰਸ਼ਨ ਜਿਹੜੇ ਹਨ, ਜਿਹੜੇ ਭਾਈ ਗੁਰਦਾਸ ਦੇ ਮੂੰਹੋਂ ਕਰਾਏ ਹਨ ਮੈਂ, ਕੀ ਹੈ ਨਿਮਰਤਾ, ਇਸ ਘਰ ਦੀ ਨਿਮਰਤਾ ਕੀ ਹੈ, ਇਸ ਘਰ ਦੀ ਹਿਊਮਿਲਿਟੀ ਕੀ ਹੈ, so yeah. Any other comments or questions though? Otherwise I'm going to end the class a few minutes earlier today. I don't want to discuss another chapter of any other questions unrelated to today's discussion we hove te I'm here for at least 10-15 tak I want to continue 7 minute ਹੋਰ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਜਾਂ ਕੋਈ ਕੁਐਸਚਨ ਪੁੱਛਣਾ ਹੋਵੇ ਤੇ ਕੁਐਸਚਨ ਪੁੱਛ ਸਕਦੇ ਹੋ। ਵੀ ਜੀ ਇੱਕ ਨਾ ਹਰਬੰਸ ਸਿੰਘ ਹੋਰਾਂ ਦੀ ਟ੍ਰਾਂਸਲੇਸ਼ਨ ਹੈ, ਤੇ which is ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, which is a very simpler language ਦੇ ਵਿੱਚ ਉਹਨੂੰ ਕੀਤਾ ਹੋਇਆ। Sure. It's a very easy read. ਉਹ ਸਿੱਖ ਬੁੱਕ ਕਲੱਬ ਤੋਂ ਹੀ ਮੈਂ ਤੇ ਡਾਊਨਲੋਡ ਕੀਤੀ ਹੋਈ ਸੀ। ਤੁਸੀਂ ਇਸ ਬੁੱਕ ਦਾ ਨਾਮ ਤੇ ਆਥਰ ਦੀ ਤੁਸੀਂ ਸ਼ੇਅਰ ਕਰ ਲੈਣਾ, WhatsApp ਚੈਟ ਗਰੁੱਪ ਤੇ ਤੁਸੀਂ ਪਾ ਦੇਣਾ। I will share the PDF. Maybe people can. Yeah, PDF share ਕਰ ਲੈਣਾ, that's even better than people can download. Then they don't have to do it though. ਹਾਂਜੀ, 2 ਹੈਗੀਆਂ ਨੇ, ਇੱਕ ਉਹਨਾਂ ਦੀ ਹੈ ਤੇ ਇੱਕ ਭਾਈ ਵੀਰ ਸਿੰਘ ਦੀ ਵੀ ਹੈਗੀ ਆ। ਪਤਾ ਨਹੀਂ ਮੈਂ ਐਗਜ਼ੈਕਟਲੀ ਹੁਣ ਦੇਖਾਂਗੀ, ਪਰ ਮੈਂ ਦੋਨੋਂ ਕੰਬਾਈਨ ਪੜ੍ਹਨੇ ਹੁੰਦੇ ਆ ਸਾਈਡ ਬਾਈ ਸਾਈਡ, ਕਿਉਂਕਿ ਉਹਦੇ ਚ ਕੀ ਸਮਝ ਨਹੀਂ ਆਉਂਦੀ ਤੇ ਦੂਜੀ ਦੇ ਵਿੱਚ ਸਮਝ ਆ ਜਾਂਦੀ ਹੈ। ਮੈਂ ਨਹੀਂ ਪੜ੍ਹੀ ਹੋਈ, ਮੈਂ ਭਾਈ ਹਰਬੰਸ ਸਿੰਘ ਦੀ ਨਹੀਂ ਪੜ੍ਹੀ ਹੋਈ, ਮੈਂ ਭਾਈ ਵੀਰ ਸਿੰਘ ਦੀ ਪੜ੍ਹੀ ਹੈ, ਦੂਸਰੀਆਂ ਪੜ੍ਹੀਆਂ ਹੋਈਆਂ ਬੜੀਆਂ, ਲੇਕਿਨ ਮੈਂ ਵੀ ਪੜਾਂਗਾ, ਤੁਸੀਂ ਜ਼ਰੂਰ ਪਾਣਾ ਜ਼ਰੂਰ। ਤੇ ਸਬਜੈਕਟ ਵਾਈਜ਼ ਇੰਡੈਕਸ ਹੈ ਕਿ ਕ੍ਰੋਨੋਲੋਜੀਕਲ? ਵਾਰਾਂ ਦੇ ਵਾਈਜ਼ ਟ੍ਰਾਂਸਲੇਸ਼ਨ ਹੈਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਤੇ ਉਹ ਉਸ ਦੀ ਟ੍ਰਾਂਸਲੇਸ਼ਨ ਜਿਹੜੀ ਭਾਈ ਹਰਬੰਸ ਸਿੰਘ ਹੋਰਾਂ ਦੀ ਹੈ, ਇਟਸ ਅ ਵੈਰੀ ਸਿੰਪਲਰ ਲੈਂਗੁਏਜ। ਸੋ ਤੁਹਾਨੂੰ ਅਗਰ ਨਾ ਆਏ ਤਾਂ ਉਹ ਸਮਝ ਆਣੀ, ਮਤਲਬ ਕਿ ਸਮਝ ਆ ਜਾਂਦੀ ਹੈ ਉਹਦੇ ਵਿੱਚ। ਤੇ ਸਿਰਫ ਵਾਰਾਂ ਹਨ, ਕਬਿਤ ਸਵਈਏ ਨਹੀਂ ਹਨ, ਰਾਈਟ? ਨਹੀਂ, ਕਬਿਤ ਸਵਈਏ ਦੀ ਤਾਂ ਉਹ ਭਾਈ ਸੇਵਾ ਸਿੰਘ ਹੋਰਾਂ ਦੀ ਹੈਗੀ ਹੈ। ਭਾਈ ਸੇਵਾ ਸਿੰਘ ਦੀ ਅੱਛੀ ਹੈ, ਤੇ ਭਾਈ ਵੀਰ ਸਿੰਘ ਦੀ ਮੇਰੀ ਮੈਨੂੰ ਉਹ ਵੀ ਬਹੁਤ ਅੱਛੀ ਲੱਗਦੀ ਹੈ, ਦੋਨੋਂ ਬਹੁਤ ਅੱਛੀਆਂ ਹਨ। ਭਾਈ ਸੇਵਾ ਸਿੰਘ ਦੇ ਅਗਰ ਤੁਹਾਡੇ ਕੋਲ ਹੈ ਨੇਮ, ਅਸੀਂ ਉਹ ਵੀ ਪਾ ਦੇਣਾ, ਤੇ you can read both of them, but Pai Seva Singhandi is little bit more easier to read than Pai Veer Singh. ਉਹ ਕਬਿਤ ਸਵਈਏ ਉਹਨਾਂ ਦੀ ਹੈਗੀ। I'll share the PDF. Yeah, ਉਹ ਵੀ ਸ਼ੇਅਰ ਕਰ ਲੈਣਾ PDF। ਹਾਂਜੀ ਵੀਰ ਜੀ, ਤੁਸੀਂ ਹੁਣੇ ਮੈਂਸ਼ਨ ਕੀਤਾ ਸੀ ਕਿ ਭਾਈ ਜੋਤ ਸਿੰਘ ਜੀ ਤੇ ਪੰਡਿਤ ਨਰਾਇਣ ਜੀ ਦੀ ਜਿਹੜੀ ਕਬਿਤ ਸਵਈਏ ਨੇ, ਉਹ ਟ੍ਰਾਂਸਲੇਸ਼ਨ ਹੈ ਕਿ ਸਵਈਆ?
ਨਹੀਂ ਭਾਈ ਜੋਤ ਸਿੰਘਾਂ ਦੀ ਕਬਿਤ ਸਵਈਏ ਦੇ ਨਹੀਂ ਹੈ। ਭਾਈ ਜੋਤ ਸਿੰਘਾਂ ਦੀ ਬੁੱਕ ਹੈ ਸਿੱਖੀ ਕੀ ਹੈ। ਉਹਨਾਂ ਨੇ chronological discussion ਨਹੀਂ ਕੀਤੀ, ਉਹਨਾਂ ਨੇ subject wise chapter ਹਨ। I think Simi ji, you had the book in front. You can share some chapters name if you're still there. ਤੁਸੀਂ ਦੱਸ ਸਕਦੇ ਹੋ ਕਿ ਨਾਮ ਮਤਲਬ ਕਿਹੜੇ ਉਸ chapter wise ਉਹਨਾਂ ਨੇ ਨਾ ਉਹ chapter wise ਉਹਨਾਂ ਨੇ ਜਿਹੜੇ ਉਸ ਚੀਜ਼ ਨਾਲ related ਜਿਹੜੀਆਂ ਵਾਰਾਂ ਜਿਹੜੀਆਂ ਹਨ ਉਹ ਵਾਰਾਂ discuss ਕੀਤੀਆਂ ਹਨ। So some people like to do that ਜਿਹੜੇ ਜਿਨ੍ਹਾਂ ਕੋਲ time ਨਹੀਂ ਹੈ ਸਾਰਾ ਪੜਨ ਦਾ, you know. So ਠੀਕ ਹੈ ਜੀ, ਥੈਂਕ ਯੂ। So each of the chapters he has discussed. We are what are the chapters? Which is there are total 23 chapters over here. So ਪਹਿਲੇ 4-5 ਚੈਪਟਰ ਤੁਸੀਂ ਦੱਸ ਦਿਓ ਨਾ, ਪਹਿਲੇ 5-6 ਜਿਹੜੇ ਆਏ ਹਨ। Okay, ਗੁਰੂ ਨਾਨਕ ਆਗਮ, ਜੋਤ ਇੱਕ ਹੈ, ਅਡ ਅਡ ਮਤਾਂ ਦੇ ਰੋਲੇ, ਗੁਰੂ ਸਿੱਖੀ ਨੇ ਕੀ ਕੀਤਾ, ਗੁਰੂ ਸਿੱਖੀ ਕੀ ਹੈ, ਗਰੀਬੀ, ਪਰਉਪਕਾਰ, ਸਿਦਕ, ਪ੍ਰੇਮ, ਗੁਰੂ ਸਿੱਖੀ ਦੀ ਰਹਿਤ, ਗੁਰੂ ਬੇਮੁਖ ਤੇ ਉਹਦਾ ਹਾਲ, ਗੁਰ ਨਿੰਦਕ, ਗੁਰਮੁਖ, ਸਾਧ ਸੰਗਤ, ਮੂਰਖ ਕੌਣ ਹੈ, ਕੂੜੋ ਗੁਰੂ, ਕੂੜੋ ਤੇ ਸੱਚ ਦਾ ਫਰਕ, ਭਲਾ ਬੁਰਾ ਤੇ ਉਹਨਾਂ ਦੀ ਸੰਗਤ ਦਾ ਭੇਦ, ਦ੍ਰਿਸ਼ਟਾਂਤ ਦਾ ਇੱਕੋ ਅਗ ਲੈਣਾ ਚਾਹੀਦਾ ਹੈ, ਪੂਜਾ ਦਾ ਤਾਨ, ਮਾਤਾ ਪਿਤਾ ਤੇ ਸੰਤਾਨ ਦਾ ਧਰਮ ਤੇ ਅੰਤਮ ਅਰਦਾਸ। Thank you. So as you can see, they're very important chapters, you know. If you have time to read them, please read it, you know. But this is not chronological, this is subject wise. So ਜਿਹੜੀ ਦੀਦੀ ਨੇ ਸਿਮਰਤ ਦੀਦੀ ਨੇ ਜਿਹੜੀਆਂ ਸੁਜੈਸਟ ਕੀਤੀਆਂ ਨੇ ਬੁੱਕਸ ਜਿਹੜੀਆਂ ਮੈਂ ਵੀ ਪੜ੍ਹਦਾ, ਮੈਂ ਵੀ chronologically ਪੜ੍ਹਦਾ ਜ਼ਿਆਦਾ। So ਇਹ ਲੇਕਿਨ subject wide ਹੈ। So ਅਗਰ ਤੁਹਾਨੂੰ ਇੱਕੋ ਹੀ ਚੈਪਟਰ ਪੜ੍ਹਨਾ ਹੈ ਖਾਲੀ, you was something that is bothering you or you want to roam, you can just read that and you will get the ਜਿਹੜੀ related ਜਿਹੜੀਆਂ ਹਨ। ਪਰ ਇਹਦੇ ਵਿੱਚ ਕਬਿਤ ਸਵਈਏ ਨਹੀਂ ਹਨ, ਵਾਰਾਂ ਦੇ ਉੱਤੇ ਫੋਕਸਡ ਹੈ। Even though I love the wars, but ਮੇਰੇ favorite ਕਬਿਤ ਹਨ। ਕਬਿਤ ਜਿਹੜੇ ਹਨ ਜਿਹੜੇ ਲਿਖੇ ਹੋਏ ਉਹਨਾਂ ਦੇ, ਉਹ ਭਾਈ ਸੇਵਾ ਸਿੰਘਾਂ ਦੀ ਜਿਹੜੀ ਬੁੱਕ ਜਿਹੜੀ ਹੈ ਬਹੁਤ ਅੱਛੀ ਹੈ ਬੁੱਕ। ਉਹ ਇਟਸ ਰੀਅਲੀ easy read ਹੈ ਉਹ ਵਾਲੀ। ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਲਿਟਲ ਮੋਰ ਡੈਪਥ ਹੈ ਉਹ ਜ਼ਿਆਦਾ, ਜੇ ਉਹ ਪੜ੍ਹਨੀ ਚਾਹੋ ਤਾਂ ਉਹ ਵੀ ਪੜ੍ਹ ਸਕਦੇ ਹੋ ਤੁਸੀਂ। ਵੀਰ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਤੁਸੀਂ 2 ਹਫ਼ਤੇ ਪਹਿਲੇ ਆਪਣਾ ਸ਼ਬਦ ਆਇਆ ਸੀਗਾ ਜਗਨਨਾਥਪੁਰੀ ਦੇ ਵਿੱਚ ਡਰ ਵਾਲਾ, ਤੁਹਾਨੂੰ ਟਾਈਮ ਲੱਗਾ ਉਹਦਾ ਸੁਰ ਦੇਖਣ ਦਾ? ਨਹੀਂ ਮੈਨੂੰ honestly ਵੀਰ ਜੀ I am guilty of that. I did not look. ਮੈਨੂੰ ਤੁਸੀਂ remind ਕਰਾਣਾ, is lot going on at home and work and it slipped my mind ਵੀਰ ਜੀ। I'm so sorry. ਮੈਨੂੰ ਤੁਸੀਂ ਨਾ ਕੱਲ ਜਾਂ ਟਿਊਜ਼ਡੇ ਨੂੰ ਤੁਸੀਂ ਮੈਨੂੰ ਕਾਲ ਕਰਨਾ ਜਾਂ ਮੈਨੂੰ ਰਿਮਾਈਂਡ ਕਰਾਣਾ ਇੱਕ ਵਾਰੀ, then I will try to look it up. Absolutely. ਠੀਕ ਹੈ ਵੀਰ ਜੀ। ਤੇ ਵੀਰ ਜੀ ਜਿਹੜੇ ਤੁਸੀਂ ਹੁਣੇ ਕਿਹਾ ਕਵਿਤ ਜਿਹੜੇ ਹੈਗੇ ਤੁਸੀਂ ਕਾਫੀ ਗਾਉਂਦੇ ਹੈਗੇ ਹੋ ਤੇ ਸਿਖਾਉਂਦੇ ਹੋ, ਤੁਹਾਡੇ ਕੋਲ ਉਹਨਾਂ ਦੇ ਜੇ ਸੁਰ ਪਏ ਆ ਤੇ ਤੁਸੀਂ ਉਹ ਸ਼ੇਅਰ ਕਰ ਸਕਦੇ ਹੋ ਇਹਦੇ ਤੇ ਗਰੁੱਪ ਤੇ? Sure. ਮੈਂ actually I will Manpreet Didi actually is in the class though, so she has many of them. You can also take it from her, but I will share the one that we are going to learn in the next Shabbat in the beginners classes from Bhai Gurdas da Kabit hai, you know. ਅਸੀਂ ਉਹ ਸ਼ਬਦ ਸਿੱਖਣਾ ਹੈ ਤੇ ਉਹ ਮੈਂ ਸ਼ਬਦ ਤੁਹਾਨੂੰ ਸ਼ੇਅਰ ਕਰ ਲਾਂਗਾ ਤੁਸੀਂ। ਲੇਕਿਨ ਪੀਸ ਆਫ ਵਾਰਨਿੰਗ ਦੋ ਵੀਰ ਜੀ, ਇਹ ਸੈਲਫ ਟਾਟ ਨਹੀਂ ਹਨ ਬਹੁਤੇ ਨੇ। ਆਈ ਐਮ ਸੌਰੀ, ਯੂ ਨੋ, ਔਖੇ ਹਨ ਥੋੜੇ, ਯੂ ਨੋ, ਸੋ ਯੂ ਵਿਲ ਨੀਡ ਸਮ ਹੈਂਡ ਹੋਲਡਿੰਗ ਜੀ। ਅਨਫੋਰਚੂਨੇਟਲੀ ਸੈਲਫ ਟਾਟ ਨਹੀਂ ਹਨ, ਯੂ ਨੋ, ਬਹੁਤ। ਸੋ ਇਹ ਵਾਲੀ ਕਲਾਸ ਕਦੋਂ ਹੁੰਦੀ ਹੈ ਵੀਰ ਜੀ ਜਿਹੜੀ ਤੁਸੀਂ ਹੁਣੇ ਕਹਿ ਰਹੇ ਹੋ, ਜਿਹਦੇ ਵਿੱਚ ਤੁਸੀਂ ਇਹ ਡਿਸਕਸ ਕਰੋਗੇ? ਕਲਾਸ ਤੇ ਹੁੰਦੀ ਹੈ, ਅਸੀਂ ਸੈਟਰਡੇ ਮਾਰਨਿੰਗ ਕਰਿਆ ਕਰਾਂਗੇ ਕਲਾਸ at 9 o'clock, ਬਟ ਅਗਰ ਤੁਸੀਂ ਸਿੱਖਣਾ ਹੈ ਤੇ ਤੁਹਾਨੂੰ ਫਿਰ ਅਸੀਂ ਇੰਡੀਵਿਜੂਅਲੀ ਟੀਚਰ ਅਸਾਈਨ ਕਰਾਂਗੇ once we find one, you know. So yeah, so let's talk about that separately. You can call me and we'll talk about that. ਠੀਕ ਹੈ, thank you. Any more questions? Otherwise I'm going to say goodbye now. No point talking about something else new. That's good. Everybody got experience now today. Achanak do ਤੁਸੀਂ ਕਬੀਰ ਸਵੇਰ ਦਰਸ਼ਨ ਕੀਤੇ ਭਾਈ ਗੁਰਦਾਸ ਦੇ, ਤੇ ਉਹਨਾਂ ਦੀਆਂ ਰਾਈਟਿੰਗਸ ਵਿੱਚੋਂ ਗੁਰੂ ਦੇ ਮਹਾਰਾਜ ਜੀ ਦੇ ਆਤਮਾ ਦੇ ਦਰਸ਼ਨ ਹੁੰਦੇ ਹਨ। ਉਹਨਾਂ ਦੀ ਸਾਰੇ ਗੁਰੂਆਂ ਦੇ ਆਤਮਾ ਦੇ ਦਰਸ਼ਨ ਹੁੰਦੇ ਹਨ, ਤੇ ਇੱਕ ਗੁਰਸਿੱਖੀ ਦੀ ਇੱਕ ਚਿੰਨ੍ਹ ਮਿਲਦੇ ਹਨ ਉਹਨਾਂ ਦੀ ਰਾਈਟਿੰਗਸ ਵਿੱਚੋਂ ਵੀ ਕਿਸ ਅਵਸਥਾ ਦੇ ਆਪ ਸਨ ਤੇ ਕਿੱਥੇ ਤੁਹਾਨੂੰ ਪਹੁੰਚਾਉਣਾ ਚਾਹੁੰਦੇ ਹਨ। ਹਾਂਜੀ ਵੀਰ ਜੀ, I have a question. Hello. ਹਾਂਜੀ ਵੀਰ ਜੀ, ਜਿਵੇਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਨਿਕਲਿਆ ਹੁਣ ਹੈ ਨਾ,
ਤੇ ਤੁਸੀਂ ਅਗਲੇ ਹਫਤੇ ਕੁਝ ਉਹਨਾਂ ਦੇ ਉੱਪਰ ਸਾਨੂੰ ਦੱਸ ਸਕਦੇ ਹੋ ਕੁਝ ਉਹਨਾਂ ਦੀਆਂ Okay, maybe we'll. Okay, I'll try my best to bring in. Sure. ਠੀਕ ਥੈਂਕ ਯੂ ਜੀ ਥੈਂਕ No ਯੂ problem. No problem. Okay, so nobody has any more questions, Ji? Okay, Ji, we're going to end the class here, and then Kirtan the class normally we start at 10:45. This time we'll start at 10:35 now, 10 minutes pehle, because we're ending the class sooner. 10:35 we'll see everybody, and we'll see everybody next week. I'll stay here for a minute or two more after, just to stay here. But the class is officially ended.